सत श्री अकाल जी सारिਆਂ ਨੂੰ ਸਵਾਗਤ ਹੈ ਪੰਜਾਬ ਅੱਡਾ 24/7 ਤੇ ਮੇਰਾ ਨਾਮ ਹੈ ਗਗਨ। ਤਾਂ ਜੀ ਦੀਵਾਲੀ ਵਾਲਾ ਹਫਤਾ ਚੱਲਿਆ ਹੋਇਆ ਹੈ ਜੀ, 22 ਤਰੀਕ ਹੋ ਚੁੱਕੀ ਹੈ ਅੱਜ, ਤੇ ਇਸ ਪੂਰਾ ਹਫਤਾ ਆਪਾਂ ਇਹ ਕਰਾਂਗੇ, ਆਪਾਂ ਰਿਵੀਜ਼ਨ ਕਰਾਂਗੇ। ਕਰੰਟ ਅਫੇਅਰ ਦੇਖੋ ਚੱਲਦੇ ਰਹਿੰਦੇ ਨੇ, ਕੱਲ੍ਹ ਦੇ ਰਹਿਣਗੇ, ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਹਾਨੂੰ। ਲੇਕਿਨ ਜਿਹੜੀ ਰਿਵੀਜ਼ਨ ਇੱਕ ਚੀਜ਼ ਹੈ, ਰਿਵੀਜ਼ਨ ਇੱਕ ਚੀਜ਼ ਹੈ, ਉਹ ਬੱਚਿਆਂ ਨੇ ਫੀਲ ਕੀਤਾ, ਪੰਜਾਬ ਪੁਲਿਸ ਵਿੱਚ ਕੀਤਾ, ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਕਲਰਕ ਵਿੱਚ ਕੀਤਾ, ਉਹਨਾਂ ਨੇ ਚੰਡੀਗੜ੍ਹ ਹਾਈ ਕੋਰਟ ਕਲਰਕ ਵਿੱਚ ਫਿਟ ਕੀਤਾ। ਹਰ ਥਾਂ ਉਹਨਾਂ ਨੇ ਫੀਲ ਕੀਤਾ ਕਿ ਹਾਂਜੀ ਫਰਕ ਤਾਂ ਪਿਆ ਹੈ ਜੀ ਰਿਵੀਜ਼ਨ ਦਾ। ਤੁਸੀਂ ਬੱਚੇ ਤੋਂ ਪੁੱਛ ਵੀ ਸਕਦੇ ਹੋ। ਤਾਂ ਰਿਵੀਜ਼ਨ ਇੱਕ ਇਹੋ ਜਿਹੀ ਚੀਜ਼ ਹੈ, ਤੁਸੀਂ ਜੇ ਸੋਚ ਰਹੇ ਹੋ ਨਾ ਕਿ ਸਰ ਇੱਕ ਦਿਨ ਦੇ ਕਰੰਟ ਅਫੇਅਰ ਅਸੀਂ ਅੱਜ ਨਹੀਂ ਕਰਾਂਗੇ ਤਾਂ ਸਰ ਰਹਿ ਜੂਗੇ ਪਿੱਛੇ, ਨਹੀਂ। 6 ਦਿਨ ਵਿੱਚ ਟੋਟਲ ਕਿੰਨੇ ਕਰੰਟ ਅਫੇਅਰ ਹੋਣਗੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰ ਹੁੰਦੇ? 6 ਦਿਨ ਵਿੱਚ ਮਸਾਂ ਹੀ ਜ਼ੋਰ ਲਾ ਕੇ 50 ਕਰੰਟ ਅਫੇਅਰ ਹੁੰਦੇ ਨੇ। ਉੱਤੋਂ ਦੀਵਾਲੀ ਵਾਲਾ ਹਫਤਾ ਕਰੰਟ ਅਫੇਅਰ ਬਣਨਗੇ ਵੀ ਨਹੀਂ, ਕਿਉਂ? ਸਾਰਿਆਂ ਨੇ ਦੀਵਾਲੀ ਮਨਾ ਰਹੇ ਹੋਣੇ। ਤਾਂ ਹੁਣ ਜਿਹੜਾ ਕਰੰਟ ਅਫੇਅਰ ਕਿਸੇ ਬੰਦੇ ਦੇ ਨਾਂ 'ਤੇ ਹੀ ਹੁੰਦਾ ਨਾ, ਕੋਈ ਕੁਛ ਬੰਦਾ ਹੀ ਕਰੂਗਾ ਕੋਈ ਕਰੰਟ ਅਫੇਅਰ, ਹੋਰ ਕੀ ਕਰੂਗਾ? ਬਾਗੜ ਬਿੱਲੇ ਤਾਂ ਕਰਦੇ ਨਹੀਂ ਕਰੰਟ ਅਫੇਅਰ ਬਣਾਉਂਦੇ ਹੈ ਨਾ। ਤਾਂ ਕਰੰਟ ਅਫੇਅਰ ਜਿਹੜੇ ਹੋਣਗੇ ਆਪਾਂ ਕਰਦੇ ਰਹਿਣਗੇ, ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਇਸ ਹਫਤਾ ਪੂਰਾ ਆਪਾਂ ਵਧੀਆ ਤਰੀਕੇ ਨਾਲ ਰਿਵੀਜ਼ਨ ਕਰਾਂਗੇ। ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਤੁਹਾਡੀ ਵਧੀਆ ਤਰੀਕੇ ਨਾਲ ਰਿਵੀਜ਼ਨ ਕਰਾ ਦੇਣੀ ਹੈ। ਤੁਹਾਡੇ ਅੱਗੇ ਸਾਰੇ ਪੇਪਰਾਂ ਲਈ ਵਧੀਆ, ਫੋਰੈਸਟ ਗਾਰਡ ਲਈ, ਕਲਰਕ ਲਈ, ਜਨਵਰੀ ਵਿੱਚ ਆਉਣ ਵਾਲੇ ਕਲਰਕ ਵੀਡੀਓ ਅਤੇ ਐਕਸਾਈਜ਼ ਇੰਸਪੈਕਟਰ ਲਈ, ਸਾਰਿਆਂ ਲਈ ਤੁਹਾਡੀ ਰਿਵੀਜ਼ਨ ਬਹੁਤ ਵਧੀਆ ਹੋ ਜਾਊਗੀ। ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਇੱਕ ਵਾਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ, ਠੀਕ ਹੈ। ਹਾਂਜੀ ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜੈ ਹਿੰਦ, ਜੈ ਹਿੰਦ, ਜੈ ਹਿੰਦ। ਤਾਂ ਜੀ ਦੇਖੋ ਰਿਵੀਜ਼ਨ ਕਰਾਂਗੇ, ਬਹੁਤ ਠੋਕ ਕੇ ਕਰਾਂਗੇ, ਬਹੁਤ ਹੀ ਠੋਕ ਕੇ ਕਰਾਂਗੇ। ਉਹ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਨੂੰ ਦੁਬਾਰਾ ਕਹਿਣਾ ਚਾਹੂੰਗਾ, ਬੈਚਿਸ ਸ਼ੁਰੂ ਹੋ ਚੁੱਕੇ ਨੇ। ਕਿਹੜੇ ਬੈਚ ਸ਼ੁਰੂ ਹੋ ਚੁੱਕੇ ਨੇ? PSSB ਕਲਰਕ ਸ਼ੁਰੂ ਹੋ ਚੁੱਕਾ ਹੈ, PSSB ਵੀਡੀਓ ਸ਼ੁਰੂ ਹੋ ਚੁੱਕਾ ਹੈ, ਅਤੇ PSSB ਐਕਸਾਈਜ਼ ਇੰਸਪੈਕਟਰ ਸ਼ੁਰੂ ਹੋ ਚੁੱਕਾ ਹੈ। ਹੁਣ ਐਨਰੋਲ ਕਰ ਲਓ। ਦੁਬਾਰਾ ਇੱਕ ਹੋਰ ਬੈਚ ਆਊਗਾ, ਡੈਫੀਨੇਟਲੀ ਆਊਗਾ, ਨਵੰਬਰ ਮਿਡ ਦੇ ਵਿੱਚ ਆਊਗਾ, ਸ਼ਾਇਦ ਨਵੰਬਰ ਐਂਡ ਵਿੱਚ ਆਊਗਾ ਜਾਂ ਦਸੰਬਰ ਸਟਾਰਟਿੰਗ 'ਚ ਆਊਗਾ, ਨਵੰਬਰ ਐਂਡ ਤੱਕ ਆਊਗਾ। ਬਟ ਉਹਦਾ ਫਿਰ ਫਾਇਦਾ ਕਿ ਨਹੀਂ ਹੋਊਗਾ, ਕਿਉਂਕਿ ਉਹ ਹੋਊਗਾ ਥੋੜ੍ਹਾ ਜਿਹਾ ਫਾਸਟ ਪੇਸ ਬੈਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰਿਵੀਜ਼ਨ ਬੈਚ ਕਹਿੰਦੇ ਹਾਂ। ਜੇ ਕਿਸੇ ਨੇ ਡਿਟੇਲ ਵਿੱਚ ਪੜ੍ਹਨਾ ਇਸ ਟਾਈਮ, ਤਾਂ ਇਹੀ ਟਾਈਮ ਹੈ ਤੁਹਾਡੇ ਲਈ, ਵੀਡੀਓ ਲਈ ਵੀ, ਕਲਰਕ ਲਈ ਵੀ, ਅਤੇ ਐਕਸਾਈਜ਼ ਇੰਸਪੈਕਟਰ ਲਈ ਵੀ। ਕਲਰਕ ਵਾਲਾ ਲਈ ਤਾਂ ਇਸ ਤੋਂ ਵਧੀਆ ਟਾਈਮ ਹੈ ਨਹੀਂ ਕੁਛ, ਹਜੇ ਕੁਛ ਥੋੜ੍ਹੇ ਹੀ ਦਿਨ ਹੋਏ ਨੇ ਬੈਚ ਸਟਾਰਟ ਹੋਏ ਨੂੰ, ਤਾਂ ਹਜੇ ਵੀ ਤੁਸੀਂ ਐਨਰੋਲ ਕਰ ਸਕਦੇ ਹੋ। ਕਿੱਦਾਂ ਐਨਰੋਲ ਕਰਨਾ? ਦੇਖੋ ਕਰੰਟ ਅਫੇਅਰ ਮੈਂ ਕਰਾਊਂਗਾ, ਅਤੇ ਕਰੰਟ ਅਫੇਅਰ ਦੀ ਟੈਨਸ਼ਨ ਨਾ ਲਓ, ਰੱਬ ਦੀ ਦੁਆ ਰਹੀ ਹੈ, ਟੱਚਵੁੱਡ। ਪੰਜਾਬ ਪੁਲਿਸ ਹੋ ਗਿਆ, ਪੰਜਾਬ ਹਰਿਆਣਾ ਹਾਈ ਕੋਰਟ ਕਲਰਕ ਹੋ ਗਿਆ, ਨਾਇਬ ਤਹਿਸੀਲਦਾਰ ਚੰਡੀਗੜ੍ਹ ਕੋਆਪਰੇਟਿਵ ਇੰਸਪੈਕਟਰ ਵਰਗੇ ਪੇਪਰ ਹੋ ਗਏ। ਆਪਣੇ ਕਰਾਏ ਹੋਏ ਕਰੰਟ ਅਫੇਅਰ ਆ ਰਹੇ ਸੀਗੇ, ਆ ਰਹੇ ਨੇ, ਆਉਂਦੇ ਰਹਿਣਗੇ। ਮਿਹਨਤ ਕੀਤੀ ਹੈ, ਦੇਖੋ ਸਿੱਧੀ ਜੀ ਗੱਲ ਹੈ, ਓਵਰ ਕੌਨਫੀਡੈਂਸ ਨਹੀਂ, ਕੌਨਫੀਡੈਂਸ ਹੈ। ਇਹ ਮਿਹਨਤ ਕੀਤੀ ਹੈ, ਆਊਗਾ। 6 ਮਹੀਨੇ ਦੇ ਕਰੰਟ ਅਫੇਅਰ ਮੈਂ ਤੁਹਾਨੂੰ ਡਿਟੇਲ ਵਿੱਚ ਕਰਾ ਦੂੰਗਾ, 100-150 ਹਰ ਮਹੀਨੇ ਦੇ ਜ਼ਿਆਦਾ। ਉਹ ਤੋਂ ਬਾਅਦ ਤੁਹਾਨੂੰ ਮਿਲ ਜੂਗੀਆਂ ਪੂਰੇ ਮਹੀਨੇ ਦੀਆਂ ਕੰਪਾਈਲੇਸ਼ਨਾਂ, ਉਹ ਵੀ ਅੰਗਰੇਜ਼ੀ ਅਤੇ ਪੰਜਾਬੀ ਵਿੱਚ। ਹਾਂਜੀ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈ। ਤਾਂ ਐਨਰੋਲ ਕਰੋ ਹੁਣੇ ਜਾ ਕੇ। PSSB ਕਲਰਕ, ਵੀਡੀਓ, ਐਕਸਾਈਜ਼ ਇੰਸਪੈਕਟਰ। ਹਜੇ ਮੇਰੀ ਕਲਾਸ ਉਹਦੇ ਵਿੱਚ ਸ਼ੁਰੂ ਨਹੀਂ ਹੋਈ। adda247.com 'ਤੇ ਜਾਣਾ ਹੈ। ਜਿਹੜੇ ਵੀ ਬੈਚ ਐਨਰੋਲ ਕਰਨਾ, ਭਾਵੇਂ ਐਕਸਾਈਜ਼ ਇੰਸਪੈਕਟਰ ਹੋਵੇ, ਵੀਡੀਓ ਹੋਵੇ, ਫੋਰੈਸਟ ਗਾਰਡ ਹੋਵੇ, ਅਤੇ ਕਿਹਦੇ ਵਿੱਚ ਕਿਹੜਾ ਕੋਡ ਲਾ ਲੈਣਾ? Y383 Y383। ਜੇ ਤੁਸੀਂ ਤਿੰਨੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਨਾ, ਤਾਂ ਇੱਕ ਸਲਾਹ ਦੂੰਗਾ ਮੈਂ, ਐਕਸਾਈਜ਼ ਇੰਸਪੈਕਟਰ ਦੇ ਬੈਚ ਵਿੱਚ ਐਨਰੋਲ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਇਸ ਲੈਵਲ ਦੀ ਤਿਆਰੀ ਕਰ ਲਈ ਐਕਸਾਈਜ਼ ਵਾਲੇ ਦੀ, ਤਾਂ ਇਹ ਰਿਹਾ ਕਲਰਕ ਵੀਡੀਓ, ਇਹ ਰਿਹਾ ਫੋਰੈਸਟ ਗਾਰਡ, ਕਿਤੇ ਨਹੀਂ ਟਿਕਣੇ। ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰੋ, ਕਲਰਕ ਅਤੇ ਵੀਡੀਓ ਤਾਂ ਐ ਨਿਕਲ ਜਾਣੇ। ਤਾਂ ਇਹ ਰਿਹਾ ਡਿਸਕਾਊਂਟ ਕੋਡ, ਇਹ ਲਾ ਕੇ ਤੁਸੀਂ ਮੇਰੇ ਨਾਲ ਜੁੜੋਗੇ, ਅਤੇ ਮਿਸ਼ਨ ਪੰਜਾਬ ਫਤਿਹ ਜੋ ਕਰਨਾ ਨਾ, ਫਤਿਹ ਕਰਕੇ ਹਟਾਂਗੇ। ਚਲੋ ਸ਼ੁਰੂ ਕਰਦੇ ਆਪਾਂ ਅੱਜ ਮਈ ਦੇ ਕਰੰਟ ਅਫੇਅਰਾਂ ਤੋਂ। ਛੇਤੀ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਚਲੋ ਪਹਿਲਾ ਕਹਿੰਦੇ ਜੀ, ਜਮਤਾਰਾ ਇਨ ਡੈਸ਼ ਸਟੇਟ ਬਿਕੇਮ ਕੰਟਰੀ ਦੀ ਪਹਿਲਾ ਜ਼ਿਲ੍ਹਾ ਟੂ ਹੈਵ ਅ ਲਾਇਬ੍ਰੇਰੀ ਇਨ ਐਵਰੀ ਪਿੰਡ। ਤਾਂ ਜੀ ਇੰਡੀਆ ਦਾ ਪਹਿਲਾ ਇਹੋ ਜਿਹਾ ਜ਼ਿਲ੍ਹਾ ਬਣ ਚੁੱਕਾ ਹੈ, ਇੰਡੀਆ ਦਾ ਪਹਿਲਾ ਇਹੋ ਜਿਹਾ ਜ਼ਿਲ੍ਹਾ ਬਣ ਚੁੱਕਾ ਹੈ ਜਿਹਦੇ ਹਰ ਇੱਕ ਪਿੰਡ ਵਿੱਚ ਲਾਇਬ੍ਰੇਰੀ ਹੈ। ਕਿੱਥੇ ਪੈਂਦਾ? ਜਮਤਾਰਾ। ਜਮਤਾਰਾ ਇੱਕ ਅੱਜ ਕੱਲ੍ਹ TV ਸੀਰੀਜ਼ ਵੀ ਚੱਲੀ ਹੋਈ ਹੈ ਨਾ, ਯਾਦ ਹੈ ਤੁਹਾਨੂੰ ਜਮਤਾਰਾ? कहते जमतारा इंडिया में फेमस नहीं, जमतारा वर्ल्ड फेमस होगा। कहते इतना बड़ा स्कैम पूरे इंडिया में नहीं हुआ होगा। ऐ कहते तो जमतारा कितने पैंदा? जमतारा पैंदा जी झारखंड विच। बहुत वधिया। अगला, अकॉर्डिंग टू स्पैशल 301 रिपोर्ट। हाँ जी गल दसना भुल गया मैं, अज एक बहुत मोटा ऑफर भी ਚੱਲਿਆ ਹੋਇਆ। ऑफर की मैंने सॉरी ਵਿੱਚ ਰੁਕਣਾ ਪੈ ਰਿਹਾ, क्योंकि ऑफर बहुत ਵੱਡਾ ਹੈ। ਸਾਨੂੰ ਨਹੀਂ ਪਤਾ ਕਦੋਂ ਤੱਕ ਚੱਲੂ, ਕੀ ਬਣੂ ਕੀ ਨਹੀਂ ਬਣੂ। ਤਾਂ ਜੀ adda247.com 'ਤੇ ਜਿੱਦਾਂ ਕਿ ਅੱਡ ਪੇਪਰਾਂ ਦੀ ਆਪਾਂ ਤਿਆਰੀ ਕਰਦੇ ਰਹਿੰਦੇ ਹਾਂ, ਤਾਂ ਪੰਜਾਬ ਵਿੱਚ ਕੀ ਹੈ? ਇੱਕ ਹੈ ਪੰਜਾਬ ਮਹਾਪੈਕ, ਜਿਹਦੇ ਵਿੱਚ 1 ਸਾਲ ਤੱਕ ਦੇ ਸਾਰੇ ਪੇਪਰਾਂ ਦੀ ਤਿਆਰੀ ਹੁੰਦੀ ਹੈ ਨਾ। 1 ਸਾਲ ਤੱਕ ਦੇ ਸਾਰੇ ਪੇਪਰਾਂ ਦੀ ਤਿਆਰੀ ਹੁੰਦੀ ਹੈ। ਅੱਜ ਦੀਵਾਲੀ ਦੇ ਮੌਕੇ 'ਤੇ ਡਬਲ ਵੈਲਿਡਿਟੀ ਆਫਰ ਹੈ, ਬਹੁਤ ਇੰਪੋਰਟੈਂਟ ਆਫਰ ਡਬਲ ਵੈਲਿਡਿਟੀ। ਕਿਉਂ? ਕਿਉਂਕਿ 2 ਸਾਲ ਤੱਕ ਦੁਨੀਆ ਭਰ ਦੇ ਪੇਪਰ ਆਉਣੇ ਨੇ। ਚੰਡੀਗੜ੍ਹ ਪਟਵਾਰੀ ਵਰਗੇ, ਚੰਡੀਗੜ੍ਹ ਪੁਲਿਸ ਵਰਗੇ, ਹੋਰ ਕੋਆਪਰੇਟਿਵ ਇੰਸਪੈਕਟਰ, ਨਵਾਂ ਪੰਜਾਬ ਪੁਲਿਸ ਦੇ ਬਾਰੇ। ਅਤੇ 1 ਸਾਲ ਦੇ ਰੇਟ 'ਤੇ ਜੇ ਤੁਹਾਨੂੰ 2 ਸਾਲ ਦੀ ਐਡਮਿਸ਼ਨ ਮਿਲ ਰਹੀ ਹੈ, ਤਾਂ ਉਹ ਤੋਂ ਵਧੀਆ ਹੋ ਕੀ ਸਕਦਾ। ਜਿੱਦਾਂ ਬੱਚਿਆਂ ਨੇ ਕੀ ਕੀਤਾ, ਹੁਣ ਚੰਡੀਗੜ੍ਹ ਪੁਲਿਸ ਦਾ ਪੇਪਰ ਪਾਸ ਕਰਦੇ ਮੈਨੂੰ 2-3 ਨੇ ਕਹਿ ਰਿਹਾ ਸਰ ਮੈਂ ਡੋਨੇਟ ਕਰਨਾ ਆਪਣਾ ਮਹਾਪੈਕ। ਮੈਂ ਕਿਹਾ ਰੁਕ ਜਾਓ ਬਈ, ਰੁਕ ਜਾਓ, ਹਜੇ 12+12 ਸ਼ੋ ਕਰ ਰਿਹਾ, ਥੋੜੀ ਦੇਰ ਬਾਅਦ ਚੈੱਕ ਕਰਿਓ, ਇਹ 12+12 ਹੋ ਜਾਊਗਾ। ਤਾਂ ਇਹ ਧਿਆਨ ਰੱਖਣਾ ਹੈ। 3219 ਵਿੱਚ Y383 ਲਾ ਕੇ ਤੁਹਾਨੂੰ ਮਿਲ ਰਿਹਾ ਪੂਰੇ 2 ਸਾਲਾਂ ਲਈ ਮਹਾਪੈਕ।
ਮੌਕਾ ਨਾ ਛੱਡ ਦਿਓ, ਸੱਚੀ ਮੈਂ ਦੱਸ ਰਿਹਾ। ਬਹੁਤ ਪੇਪਰ ਆ ਰਹੇ ਨੇ, ਬਹੁਤ ਵਧੀਆ ਟਾਈਮ ਆ ਰਿਹਾ ਆਪਣੇ ਲਈ, ਪੰਜਾਬ ਲਈ ਬਹੁਤ ਵਧੀਆ ਟਾਈਮ ਆ ਰਿਹਾ। ਪੰਜਾਬ ਵੱਡਾ 24/7 ਤੁਹਾਡੇ ਲਈ ਇੱਕ ਤੋਂ ਇੱਕ ਵੱਧ ਕੇ ਸਿਲੈਕਸ਼ਨ ਦੇਣ ਵਾਲਾ ਟਾਈਮ ਆ ਰਿਹਾ। ਨਾਲ ਜੁੜੋ, ਬਾਅਦ 'ਚ ਇਹ ਨਾ ਰਹਿ ਜਾਏ ਦਿਮਾਗ ਵਿੱਚ ਕਿ ਕਾਸ਼ ਆਪਾਂ ਜੁੜ ਜਾਂਦੇ। ਠੀਕ ਹੈ, ਧਿਆਨ ਰੱਖਣਾ। ਚਲੋ ਅੱਗੇ ਚੱਲਦੇ ਹਾਂ ਆਪਾਂ। ਤਾਂ ਇੱਕ ਸਪੈਸ਼ਲ 301 ਰਿਪੋਰਟ ਕੱਢੀ ਸੀ ਕਿ ਬੱਚਿਆਂ ਨੇ ਆਨਸਰ ਦੇ ਤਾਂ ਆਨਸਰ ਹੋ ਜਾਂਦਾ ਇਹਦਾ ਕਿ USA। ਅਗਲਾ, ਵਿਚ ਕੰਟਰੀ ਲੈਂਡਸਕੇਪ ਗਾਰਡਨ ਸਿਟੀ ਆਫ ਬਰਲ ਮਾਰਕਸ ਹੈਜ਼ ਰਿਸੀਵਡ ਯੂਨੈਸਕੋ ਵਰਲਡ ਹੈਰੀਟੇਜ ਸਟੇਟਸ। ਜਿੱਦਾਂ ਕਿ ਇੰਡੀਆ ਵਿੱਚ ਨੇ ਨਾ ਵਰਲਡ ਹੈਰੀਟੇਜ ਸਟੇਟਸ ਵਾਲੀ ਬਿਲਡਿੰਗਸ, ਤਾਂ ਇਹਦੇ ਵੀ ਸੀਗਾ ਇੱਕ ਗਾਰਡਨ ਸਿਟੀ ਆਫ ਬਰਲ ਮਾਰਕਸ, ਇਹਨੂੰ ਮਿਲਿਆ ਸੀਗਾ ਯੂਨੈਸਕੋ ਵਰਲਡ ਹੈਰੀਟੇਜ ਦਾ ਸਟੇਟਸ। ਤਾਂ ਇਹ ਕਿੱਧਰ ਦੀ ਬਿਲਡਿੰਗ ਹੈ? ਤਾਂ ਬਲਗਾਰੀਆ, ਪੈਰਾਗੁਏ, ਬ੍ਰਾਜ਼ੀਲ ਜਾਂ ਫਿਰ ਅਰਜਨਟੀਨਾ। ਬਲਗਾਰੀਆ, ਪੈਰਾਗੁਏ, ਬ੍ਰਾਜ਼ੀਲ, ਅਰਜਨਟੀਨਾ। ਤਾਂ ਆਨਸਰ ਹੋ ਜਾਂਦਾ ਹੈ ਕਿ ਬ੍ਰਾਜ਼ੀਲ ਦੀ ਹੈ। ਬਹੁਤ ਵਧੀਆ। ਅਗਲਾ, ਡੈਸ਼ ਕੰਜ਼ਰਵੇਸ਼ਨਿਸਟ ਚਾਰੂਦੱਤ ਮਿਸ਼ਰਾ, ਇਹਨੇ ਜਿੱਤਿਆ ਜੀ ਵਾਈਟਲੀ ਗੋਲਡ ਅਵਾਰਡ। ਵਾਈਟਲੀ ਕਹਿ ਲਓ, ਤੁਹਾਡੀ ਮਰਜ਼ੀ ਹੈ। ਗੋਲਡ ਅਵਾਰਡ, ਹਾਂਜੀ ਤੁਸੀਂ ਡਿਸਕਾਊਂਟ ਕੋਡ ਕੋਈ ਵੀ ਯੂਜ਼ ਕਰ ਸਕਦੇ ਹੋ, ਬਸ ਇੰਨਾ ਹੁੰਦਾ ਯਾਰ। ਦੇਖੋ ਤੁਸੀਂ Y383 ਜਿੱਦਾਂ ਮੇਰਾ ਡਿਸਕਾਊਂਟ ਕੋਡ ਲਾਇਆ ਹੋਇਆ ਇਹਨਾਂ ਨੇ, ਤਾਂ ਇਹ ਜਦੋਂ ਤੁਸੀਂ ਡਿਸਕਾਊਂਟ ਕੋਡ ਲਾਓਗੇ ਤਾਂ ਤੁਹਾਡੀ ਇੱਕ ਤਰ੍ਹਾਂ ਨਾਲ ਮੇਰੀ ਜ਼ਿੰਮੇਵਾਰੀ ਹੋ ਜਾਊਗੀ, ਤੁਸੀਂ ਡਾਇਰੈਕਟ ਮੇਰੇ ਨਾਲ ਕਨੈਕਟ ਹੋਗੇ। ਹੁੰਦਾ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਦੇਖਣਾ ਹੈ, ਤਾਂ ਇਹਨਾਂ ਨੂੰ ਤੁਹਾਨੂੰ ਮੈਂ ਦੇਖੂੰਗਾ। ਤੁਹਾਨੂੰ ਕੁਝ ਵੀ ਚੱਕਰ ਆ ਰਹੀ ਹੈ, ਮੈਂ ਖੜਾ ਉੱਥੇ, ਠੀਕ ਹੈ, ਆਈ ਐਮ ਰਿਸਪੋਂਸੀਬਲ। ਮੈਂ ਹੀ ਤੁਹਾਨੂੰ ਮੈਂਟਰ ਕਰੂੰਗਾ, ਠੀਕ ਹੈ। ਉਹਨਾਂ ਤੁਹਾਡੇ ਵਿੱਚੋਂ ਵੀ ਕੁਝ ਹੋਰ ਬੱਚੇ ਕੱਢਣੇ ਜਿਨ੍ਹਾਂ ਨੂੰ ਮੈਂ ਪਰਸਨਲੀ ਪ੍ਰੋਪਰਲੀ ਆਪਾਂ ਮੈਂਟਰ ਕਰੂੰਗੇ। ਕਿਉਂ? ਵੀ ਜਿਨ੍ਹਾਂ ਨੇ ਨੌਕਰੀ ਲੈਣੀ ਹੀ ਲੈਣੀ ਹੈ। ਡਿਸਕਾਊਂਟ ਕੋਡ ਤਾਂ ਦੁਨੀਆ ਭਰ ਦੇ ਡਿਸਕਾਊਂਟ ਕੋਡ ਤੋਂ ਇਹਨਾਂ ਨੇ ਵੀ ਲਾਏ ਹੋਏ ਨੇ, ਉਹ ਤੋਂ 75% ਆਫ ਮਿਲਦਾ। ਲੇਕਿਨ Y383 ਲਾਓਗੇ, ਤੁਸੀਂ ਮੇਰੇ ਨਾਲ ਜੁੜੋਗੇ ਅਤੇ ਪਰਸਨਲ ਮੈਂਟਰਸ਼ਿਪ ਕਰਨ ਦਾ ਤੁਹਾਡੇ ਕੋਲ ਮੌਕਾ ਹੋਊਗਾ। ਤਾਂ ਮਰਜ਼ੀ ਹੈ ਜੀ, ਚੁਆਇਸ ਇਜ਼ ਯੋਰਸ। ਬਟ ਮੈਂ ਇਹੀ ਕਹੂੰਗਾ, ਜਿਹੜਾ ਨਾਲ ਰਹਿ ਗਿਆ ਅਗਲੀ ਦੀਵਾਲੀ ਨਾ ਨੌਕਰੀ ਵਾਲੀ ਹੋਊਗੀ ਪੱਕਾ। ਚਲੋ ਆਨਸਰ ਕੀ ਹੋ ਜਾਂਦਾ ਜੀ? ਸਨੋ ਲੈਪਰਡ। ਅਗਲਾ, ਤਾਂ ਜੀ ਨਿਊ ਸਪੇਸ ਇੰਡੀਆ ਲਿਮਿਟਿਡ ਤੇ ਵਨ ਵੈਬ ਇਹਨਾਂ ਨੇ ਸਾਈਨ ਕੀਤਾ ਸੈਟੇਲਾਈਟ ਲਾਂਚ ਲਈ। ਤਾਂ ਵੈਨ ਵਾਜ਼ ਨਿਊ ਸਪੇਸ ਇੰਡੀਆ ਲਿਮਿਟਿਡ ਇਸਟੈਬਲਿਸ਼? ਤਾਂ ਜੀ ਨਿਊ ਸਪੇਸ ਇੰਡੀਆ ਲਿਮਿਟਿਡ ਤੇ ਇਨ ਸਪੇਸ, ਇਹ ਦੋ ਨੇ ਇਸਰੋ ਦੇ ਕਮਰਸ਼ੀਅਲ ਆਰਮ। ਤਾਂ ਦੱਸੋ ਛੇਤੀ। ਇਹ ਇਸਟੈਬਲਿਸ਼ ਹੋਇਆ ਸੀ ਸਨ 2019 ਵਿੱਚ। ਠੀਕ ਹੈ ਜੀ। ਚਲੋ ਅਗਲਾ, ਬਈ ਕਹਿੰਦੇ ਫਾਰਮਰ ਆਨਰੇਰੀ ਕਾਉਂਸਲ ਆਫ ਪੇਰੂ ਇਨ ਮੁੰਬਈ ਆਰਦੇਸ਼ਿਰ BK ਦੁਬਾਸ਼, ਇਹਨਾਂ ਨੂੰ ਦਿੱਤਾ ਗਿਆ ਜੀ ਆਰਡਰ ਆਫ ਮੈਰਿਟ ਇਨ ਦਾ ਡਿਪਲੋਮੈਟਿਕ ਸਰਵਿਸ ਆਫ ਵਿਚ ਕੰਟਰੀ। ਤਾਂ ਜੀ ਕਿਹੜੀ ਕੰਟਰੀ ਦੀ ਡਿਪਲੋਮੈਟਿਕ ਸਰਵਿਸ ਲਈ ਇਹਨਾਂ ਨੂੰ ਆਰਡਰ ਆਫ ਮੈਰਿਟ ਦਿੱਤਾ ਗਿਆ? ਹੁਣ ਦੇਖੋ ਸਵਾਲ ਤੋਂ ਹੀ ਆਨਸਰ ਬਣ ਜਾਂਦਾ ਹੈ। ਸਵਾਲ ਬਣਾਉਣ ਵਾਲੇ ਨੇ ਸਵਾਲ ਵਿੱਚ ਹੀ ਪੇਰੂ ਲਿਖਤਾ, ਤਾਂ ਆਨਸਰ ਕੀ ਹੋਊਗਾ? ਪੇਰੂ ਹੀ ਹੋਊਗਾ ਨਾ। ਜਦੋਂ ਬਾਈ ਜੀ ਨੇ ਕੰਮ ਪੇਰੂ ਵਿੱਚ ਕੀਤਾ ਤਾਂ ਮਾਲਡੀਵ ਵਾਲੇ ਥੋੜ੍ਹੀ ਉਹਨੂੰ ਆਨਰ ਕਰੂਗੇ, ਸਿੱਧੀ ਜੀ ਗੱਲ ਹੈ। ਚਲੋ, ਅੰਸ਼ੁਲ ਸਵਾਮੀ ਫਾਰਮਰ ਰਿਟੇਲ ਚੀਫ ਆਫ RBL ਬੈਂਕ, ਇਹਨੂੰ ਬਣਾਇਆ ਗਿਆ ਜੀ MD CEO ਆਫ ਡੈਸ਼ ਸਮਾਲ ਫਾਈਨੈਂਸ ਬੈਂਕ। ਇਹ ਇੰਪੋਰਟੈਂਟ ਕਿਉਂ ਹੈ ਸਵਾਲ? ਇਹ ਜਿਹੜੇ ਬੈਂਕ ਦੀ ਗੱਲ ਹੋ ਰਹੀ ਹੈ ਨਾ, ਇਹ ਪਹਿਲਾ ਕੋਆਪਰੇਟਿਵ ਬੈਂਕ ਸੀਗਾ ਜਿਹਨੇ ਆਪਣੇ ਆਪ ਵਿਲਿੰਗਲੀ ਕਿਹਾ ਕਿ ਮੈਂ ਸਮਾਲ ਫਾਈਨੈਂਸ ਬੈਂਕ ਵਿੱਚ ਮੈਂ ਤਬਦੀਲ ਹੋਣ ਜਾ ਰਿਹਾ। ਕਿਉਂ? ਕਿਉਂਕਿ ਦੇਖੋ ਕੋਆਪਰੇਟਿਵ ਬੈਂਕ ਵਿੱਚ ਕਾਫੀ ਗਾਹ ਪਿਆ ਹੋਇਆ ਸੀ, ਕਾਫੀ ਕੋਆਪਰੇਟਿਵ ਬੈਂਕਸ ਬੰਦ ਹੋ ਰਹੇ ਸੀਗੇ, ਜਿੱਦਾਂ ਇੱਕ ਪੰਜਾਬ ਮਹਾਰਾਸ਼ਟਰ ਬੈਂਕ, ਪਤਾ ਨਹੀਂ ਪੁਣੇ ਮਹਾਰਾਸ਼ਟਰ, ਪੰਜਾਬ ਮਹਾਰਾਸ਼ਟਰ ਬੈਂਕ ਹੈ ਇੱਕ, ਮਹਾਰਾਸ਼ਟਰ ਵਿੱਚ ਹੈ ਉਹ ਬੰਦ ਹੋ ਗਿਆ ਸੀਗਾ। ਕਾਫੀ ਸਾਰੇ ਹੋਰ ਕੋਆਪਰੇਟਿਵ ਬੈਂਕ ਸੀ, ਤਾਂ ਇਹ ਬੈਂਕ ਸੀਗਾ ਕਹਿੰਦਾ ਜੀ ਆਪਾਂ ਜੀ ਬੰਦ ਤਾਂ ਨਹੀਂ ਹੋਣਾ, ਅਸੀਂ ਸਮਾਲ ਫਾਈਨੈਂਸ ਬੈਂਕ ਬਣਨ ਨੂੰ ਤਿਆਰ ਹਾਂ। ਤਾਂ ਇਹ ਬੈਂਕ ਸੀਗਾ ਕਿਹੜਾ? ਸ਼ਿਵਾਲਿਕ। ਤਾਂ ਇਹਦੇ MD CEO ਕੌਣ ਬਣੇ? ਅੰਸ਼ੁਲ ਸਵਾਮੀ। ਅਗਲਾ, ਵਿਚ ਸਟੇਟ ਹੈਜ਼ ਬਿਕਮ ਇੰਡੀਆਜ਼ ਫਸਟ ਸਟੇਟ ਟੂ ਡਿਵੈਲਪ ਮਾਈਗ੍ਰੇਸ਼ਨ ਟਰੈਕਿੰਗ ਸਿਸਟਮ ਐਪ। ਹੁਣ ਇਹ ਬਹੁਤ ਇੰਪੋਰਟੈਂਟ ਸੀਗਾ। ਹੁੰਦਾ ਕੀ ਸੀ? ਦੇਖੋ ਜੀ, ਮੰਨ ਲਓ ਤੁਸੀਂ ਪੰਜਾਬ ਤੋਂ ਤੁਸੀਂ ਕਰਨਾਟਕਾ ਜਾ ਰਹੇ ਹੋ ਕੰਮ ਕਰਨ, ਤੇ ਤੁਹਾਡੇ ਬੱਚੇ ਵਗੈਰਾ ਆਂਗਣਵਾੜੀ ਵਿੱਚ ਰਜਿਸਟਰਡ ਨੇ। ਹੁਣ ਉਹਨਾਂ ਦਾ ਖਾਣਾ ਪੀਣਾ, ਉਹਨਾਂ ਦੀ ਸਿਹਤ ਵਗੈਰਾ ਵਾਸਤੇ ਆਂਗਣਵਾੜੀ ਆਫਰ ਕਰਦੀ ਹੈ ਨਾ। ਹੁਣ ਜਦੋਂ ਤੁਸੀਂ ਪੰਜਾਬ ਤੋਂ ਤੁਸੀਂ ਮਹਾਰਾਸ਼ਟਰ ਚਲੇ ਗਏ, ਹੁਣ ਤੁਹਾਡਾ ਤਾਂ ਆਂਗਣਵਾੜੀ ਤੁਸੀਂ ਪੰਜਾਬ 'ਚ ਰਜਿਸਟਰਡ ਹੋ, ਉੱਧਰ ਕੀ ਕਰੋਗੇ? ਤਾਂ ਇਹ ਮਹਾਰਾਸ਼ਟਰ ਵਾਲਿਆਂ ਨੇ ਕਰਤਾ ਕਿ ਮਾਈਗ੍ਰੇਸ਼ਨ ਟਰੈਕਿੰਗ ਸਿਸਟਮ ਐਪ ਕੱਢੀ ਵੀ ਤੁਸੀਂ ਉਹੀ ਬੈਨੀਫਿਟਸ ਇੱਧਰ ਵੀ ਲੈ ਸਕੋਗੇ, ਹੈ ਨਾ। ਚਲੋ ਅਗਲਾ, ਡੈਸ਼ ਐਂਡ ਗੂਗਲ ਹੈਵ ਇੰਕਡ MOU ਔਨ ਡਿਜੀਟਲ ਇਕੋਨਮੀ ਫॉर ਯੰਗ ਐਂਡ ਵੂਮਨ ਐਂਟਰਪ੍ਰੈਨਿਓਰਸ। ਅੱਜ ਕੱਲ੍ਹ ਔਰਤਾਂ ਲਈ ਬਹੁਤ ਜ਼ਿਆਦਾ ਕੰਮਕਾਰ ਚੱਲਿਆ ਹੋਇਆ ਯਾਰ। ਔਰਤਾਂ ਲਈ ਮਹਿਲਾ ਨਿਧੀ ਕਰਕੇ ਇੱਕ ਰਾਜਸਥਾਨ ਵਿੱਚ ਸ਼ੁਰੂ ਕੀਤਾ ਸੀ ਲੋਨ ਲਈ, ਤੁਸੀਂ ਆਪਣਾ ਕੰਮ ਸ਼ੁਰੂ ਕਰ ਲਓ। ਤਾਂ ਇੱਦਾਂ ਹੀ ਔਰਤਾਂ ਨੂੰ ਕਾਫੀ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਅਤੇ ਵਧੀਆ ਗੱਲ ਵੀ ਹੈ। ਇਕੁਆਲਿਟੀ ਤਾਂ ਹੀ ਹੋਊਗੀ, ਬੰਦਾ ਹੀ ਕਿਉਂ ਅੱਗੇ ਤੁਰੇ, ਔਰਤ ਕਿਉਂ ਨਹੀਂ ਤੁਰਦੀ? ਅੱਜ ਕੱਲ੍ਹ ਵੀ ਆਪਾਂ ਪਿਕਚਰਾਂ ਦੇਖੀਏ, ਕਿਹੜੀ ਪਿਕਚਰ ਸੀ ਉਹ? ਯਾਰ ਮੇਰਾ ਤਿਤਲੀਆਂ ਵਰਗਾ ਦੇਖਦਾ ਸੀ ਮੈਂ, ਗਿੱਪੀ ਗਰੇਵਾਲ ਉਹ ਤੁਰਦਾ ਜਾਂਦਾ ਸੀ, ਉਹਦੀ ਘਰ ਵਾਲੀ ਉਹ ਮਗਰ ਚੱਲ ਰਹੀ ਹੁੰਦੀ। ਕਿਹੜੀ ਮੂਵੀ ਸੀ ਨਾਲੇ ਉਹ? ਲਾਹੌਰੀਏ ਨਹੀਂ ਸੀ ਉਹ, ਜਿਹਦੇ ਵਿੱਚ ਐਮੀ ਵਿਰਕ ਦੀ ਪਹਿਲੀ ਮੂਵੀ ਹੁੰਦੀ ਉਹ ਧਨ ਕੌਰ ਵਾਲੀ, ਯਾਰ ਨਾਮ ਨਹੀਂ ਯਾਦ ਆ ਰਿਹਾ ਮੈਨੂੰ। ਨਹੀਂ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਦੇਖਿਆ ਨਾ, ਉਹ ਵਾਲੀ। ਉਹਦੇ ਵਿੱਚ ਹੁੰਦਾ ਸਟਾਰਟਿੰਗ ਦੱਸਦੇ ਹੁੰਦੇ, ਕਹਿੰਦਾ ਉਹ ਜਿਹੜੇ ਜੋ ਤੀਮਾ ਉਹ ਬੰਦਾ ਦੇ ਤੀਮੀ ਜਾ ਰਹੇ ਆ, ਉਹ ਇੰਨੀ ਦੂਰ ਦੂਰ ਕਿਉਂ ਜਾ ਰਿਹਾ? ਉਹ ਕਹਿੰਦੇ ਘਰ ਵਾਲੀ ਨੇ। ਤਾਂ ਚਲੋ ਐਨੀਵੇ ਆਪਾਂ ਭਟਕ ਗਏ ਸੀ। ਤਾਂ ਆਨਸਰ ਹੋ ਜਾਂਦਾ ਕਿ ਤੇਲੰਗਾਨਾ। ਬਹੁਤ ਵਧੀਆ। ਅਗਲਾ, ਡੈਸ਼ ਹੈਜ਼ ਅਪਰੂਵਡ $47 ਮਿਲੀਅਨ ਦਾ ਪ੍ਰੋਗਰਾਮ ਫॉर ਇੰਡੀਆਜ਼ ਮਿਸ਼ਨ ਕਰਮਯੋਗੀ ਪ੍ਰੋਗਰਾਮ। ਤਾਂ ਜੀ ਇੰਡੀਆ ਦਾ ਮਿਸ਼ਨ ਜਿਹੜਾ ਕਰਮਯੋਗੀ ਪ੍ਰੋਗਰਾਮ ਹੈ, ਇਹਦੇ ਲਈ ਕਿਹਨੇ $47 ਮਿਲੀਅਨ ਫੂਕਤੇ? ਤਾਂ ਜੀ ਕਿਹਨੇ ਫੂਕੇ ਜੀ? ਇਹ ਫੂਕੇ ਜੀ ਵਰਲਡ ਬੈਂਕ ਵਾਲਿਆਂ ਨੇ। ਪ੍ਰਧਾਨ ਦਾ ਨਾਂ ਡੇਵਿਡ ਮਾਲਪਾਸ। ਅਗਲਾ,
ਬਈ ਕਹਿੰਦੇ ਵਿਲੇਜ ਪੱਲੀ, ਪਿੰਡ ਹੈ ਇੱਕ ਪੱਲੀ ਕਰਕੇ, ਇਹ ਬਣ ਚੁੱਕਾ ਜੀ ਪਹਿਲਾ ਕਾਰਬਨ ਨਿਊਟਰਲ ਪੰਚਾਇਤ ਇਨ ਕਿਹੜਾ ਸਟੇਟ ਜਾਂ ਫਿਰ ਯੂਨੀਅਨ ਟੈਰੀਟਰੀ ਆ ਰਹੀ ਕੇਂਦਰ ਸ਼ਾਸਿਤ ਪ੍ਰਦੇਸ਼। ਤਾਂ ਜੀ ਦੱਸੋ ਪੱਲੀ ਪਿੰਡ ਇਹ ਕਿੱਥੇ ਹੈ? ਪੱਲੀ ਕਹਿ ਲਓ, ਪਾਲੀ ਕਹਿ ਲਓ। ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀਗਾ, ਉਹਦਾ ਨਾਂ ਸੀਗਾ ਅਮਿਤਪਾਲ, ਉਹਦਾ ਨਾਮ ਕਰਤਾ ਸੀ ਵਿਚਾਰੇ ਦਾ ਪਾਲੀ, ਪਾਲੀ ਕਹਿੰਦੇ ਹੁੰਦੇ ਸੀ ਉਹਨੂੰ। ਤੁਸੀਂ ਵੀ ਐਂ ਕਰਦੇ ਹੋਣੇ ਨਾ, ਤਾਂ ਆਪਣੇ ਨਾਲ ਕੀ ਪਤਾ ਕੋਈ ਪਾਲੀ ਬੈਠਾ ਹੋਵੇ। ਮਜ਼ਾਕ ਕਰਦਾ ਯਾਰ, ਦਿਲ ਤੇ ਨਾ ਲਿਓ, ਠੀਕ ਹੈ, ਦਿਲ ਤੇ ਨਾ ਲਿਆ। ਦੀਵਾਲੀ ਵਾਲੇ ਟਾਈਮ ਤਾਂ ਐਟਲੀਸਟ ਬਿਲਕੁਲ ਨਹੀਂ। ਜੰਮੂ ਕਸ਼ਮੀਰ ਦਾ ਕਰੈਕਟ ਆਂਸਰ। ਅਗਲਾ, हु हैज़ वन द UN चैंपियन ऑफ अर्थ लाइफ टाइम अचीवमेंट अवार्ड? बहुत ही ज़्यादा इंपॉर्टेंट, बहुत ही ज़्यादा इंपॉर्टेंट। मिया मॉटले, डेविड एटनबरो, मारिया कलशनिकोवा या फिर मिला कुनीस? हाँ जी, मिया मॉटले, डेविड एटनबरो, मारिया कलशनिकोवा, मिला कुनीस। आंसर इज डेविड एटनबरो। चलो बहुत बढ़िया। अगला अगला खिंच के रखो कम। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤੀ ਜੀ ਡਾਇਰੈਕਟ ਸੋਇੰਗ ਆਫ ਡੈਸ਼ ਫਰੋਮ ਵਿਲੇਜ ਸਤੌਜ। ਇਹਨਾਂ ਦਾ ਆਪਣਾ ਜੱਦੀ ਪਿੰਡ ਹੈ ਜੀ ਇਹ। ਤਾਂ ਇੱਥੋਂ ਇਹਨਾਂ ਨੇ ਜਿਹੜੀ ਇਸ ਵਾਰ ਗੱਲ ਹੋ ਰਹੀ ਹੈ ਡਾਇਰੈਕਟ ਸੋਇੰਗ ਆਫ ਡੈਸ਼, DSR ਦੀ ਗੱਲ ਹੋ ਰਹੀ ਹੈ। ਤਾਂ ਆਰ ਤੋਂ ਕੀ ਹੈ? वीट, शुगर केन, कॉटन, पैडी। आंसर कर दो सर। वहाँ तो राइस है, यहाँ तो राइस है ही नहीं। लेकिन उन्होंने राइस नहीं कहा जाता। चौल का जोड़ा ਉਹਦਾ प्रोडक्ट होंगे, बाय प्रोडक्ट मतलब बाय प्रोडक्ट नहीं, जोड़ा कंप्लीटेड प्रोडक्ट होंगे उन्होंने राइस कहा जाता। वैसे वो की होंगी है? पैडी। वैसे वो की होंगी है? पैडी। अगला, The much awaited state of the art second center of software technology park of India STPI is likely to become operational shortly in? ਪਹਿਲਾ ਕਿੱਥੇ ਹੈ? ਪਹਿਲਾ ਹੈ ਜੀ SS ਨਗਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿੱਚ। ਦੂਜਾ ਕਿੱਥੇ ਹੈ? ਬਤਾਓ ਤਾਂ ਜਾਣੇ, ਪਤਾ ਹੀ ਨਹੀਂ ਹੋਣਾ ਦੀ ਜਨਤਾ ਨੂੰ। ਲੁਧਿਆਣਾ, ਜਲੰਧਰ, ਬਠਿੰਡਾ, ਅੰਮ੍ਰਿਤਸਰ। ਕਿਸੇ ਕੋਲੋਂ ਉਹ ਸੁਣ ਲਓ ਨਾ, ਮੈਕਸੀਕੋ ਗਾਣੇ ਦਾ ਰੈਪ, ਡਿਸੀਜਨ ਹੈ ਰੀਜਨ ਹੈ ਨਹੀਂ ਤੇਰੇ ਪਿੱਛੇ ਆਉਣ ਦਾ, ਪਤਾ ਨਹੀਂ ਕੀ ਕਰਨ ਦਾ, ਲਾਉਣ ਦਾ, ਖਾਣ ਦਾ, ਚਾਹ ਕਰਾਉਣ ਦਾ, ਉਹ ਸਭ ਨੂੰ ਯਾਦ ਹੋਊਗਾ, ਹੈ ਨਾ, ਇਹ ਨਹੀਂ ਪਤਾ ਹੋਊਗਾ, ਹੈ ਨਾ। ਚਲੋ ਇਹਦਾ ਆਂਸਰ ਹੋ ਜਾਂਦਾ ਜੀ ਅੰਮ੍ਰਿਤਸਰ। ਚਲੋ ਜੀ, ਇੰਡੀਆ ਟੂ ਬਿਲ ਪਹਿਲੀ ਇੰਡੀਜੀਨੀਅਸ ਡੈਸ਼ ਫਿਊਲਡ ਇਲੈਕਟ੍ਰਿਕ ਵਹੀਕਲ ਐਟ ਕੋਚੀਨ ਸ਼ਿਪਯਾਰਡ। ਇਹ ਉਹੀ ਕੋਚੀਨ ਸ਼ਿਪਯਾਰਡ ਹੈ ਜਿੱਥੇ INS ਯਾਨੀ ਕਿ ਇੰਡੀਅਨ 에ਅਰਕ੍ਰਾਫਟ ਕੈਰੀਅਰ ਵਿਕਰਾਂਤ ਵੀ ਬਣਿਆ ਹੈ। ਤਾਂ ਦੱਸੋ ਛੇਤੀ, ਇਹ ਕਿਹਦੇ ਚੱਲਣ ਵਾਲੀ ਕਿਸ਼ਤੀ ਬਣਾਉਂਗੇ? ਅੱਜ ਕੱਲ੍ਹ ਦੇਖੋ ਚੱਕਵੀਂ ਚੀਜ਼ ਕੀ ਹੈ? ਡੀਜ਼ਲ ਟੂਜ਼ਲ ਤਾਂ ਚੱਲਦੀ ਰਹਿੰਦੀ ਹੈ, ਹੁਣ ਚਲਾਉਂਗੇ ਇਹ ਹਾਈਡਰੋਜਨ ਦੇ ਚੱਲਣ ਵਾਲੀ ਕਿਸ਼ਤੀਆਂ। ਲੈ ਵੀ ਕੱਬਾ ਕੰਮ ਕਹਿੰਦੇ। ਅਗਲਾ ਵੀ ਕਹਿੰਦੇ ਵਿਚ ਸਟੇਟ ਦਾ ਮੀਆਂ ਕਾ ਬਾੜਾ ਰੇਲਵੇ ਸਟੇਸ਼ਨ ਉਹਨੂੰ ਰੀਨੇਮ ਕਰਤਾ ਐਜ਼ ਮਹੇਸ਼ ਨਗਰ ਹਾਲਟ। ਤਾਂ ਜੀ ਕਿਹੜੀ ਸਟੇਟ ਦਾ ਮੀਆਂ ਕਾ ਬਾੜਾ ਰੇਲਵੇ ਸਟੇਸ਼ਨ ਹੈ ਜਿਹੜਾ ਉਹਨੂੰ ਰੀਨੇਮ ਕਰਤਾ ਕੀ? ਮਹੇਸ਼ ਨਗਰ ਹਾਲਟ। ਦੱਸੋ ਛੇਤੀ ਕਰਾਂ ਇੱਕ ਵਾਰ। ਤਾਂ ਆਂਸਰ ਕੀ ਹੋ ਜਾਂਦਾ ਇਹਦਾ? ਹੋ ਜਾਂਦਾ ਜੀ ਰਾਜਸਥਾਨ। ਰੀਨੇਮਸ ਬਹੁਤ ਇੰਪੋਰਟੈਂਟ ਨੇ, ਧਿਆਨ ਰੱਖਣੇ। Who launched the mandate document for national curriculum framework? ਇਹ ਗੱਲ ਹੋ ਰਹੀ ਹੈ ਜੀ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਬਾਰੇ। ਹੁਣ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਮਤਲਬ ਕਿ ਐਜੂਕੇਸ਼ਨ ਵਾਲਾ ਕੰਮ, ਐਜੂਕੇਸ਼ਨ ਦੇ ਪ੍ਰਧਾਨ ਧਰਮੇਂਦਰ ਪ੍ਰਧਾਨ। ਕੌਣ ਹੈ? ਐਜੂਕੇਸ਼ਨ ਦੇ ਪ੍ਰਧਾਨ ਧਰਮੇਂਦਰ ਪ੍ਰਧਾਨ, ਹੈ ਨਾ। ਚਲੋ, ਵਿਚ ਮਿਨਿਸਟਰੀ ਨੇ ਉਦਘਾਟਨ ਕੀਤਾ ਇੱਕ ਮਹੀਨੇ ਲੰਬਾ ਚੱਲਣ ਵਾਲਾ ਇੱਕ ਇਨੀਸ਼ੀਏਟਿਵ ਐਂਟਰਪ੍ਰਾਈਜ਼ ਇੰਡੀਆ ਟੂ ਪ੍ਰਮੋਟ ਐਂਟਰਪ੍ਰੈਨਿਓਰਸ਼ਿਪ ਕਲਚਰ ਇਨ ਦਾ ਕੰਟਰੀ। ਤਾਂ ਜਿਹੜਾ ਐਂਟਰਪ੍ਰੈਨਿਓਰਸ਼ਿਪ ਕਲਚਰ ਹੈ ਇਹਨੂੰ ਪ੍ਰਮੋਟ ਕਰਨ ਲਈ ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ ਇੱਕ ਐਂਟਰਪ੍ਰਾਈਜ਼ ਇੰਡੀਆ? ਤਾਂ ਤੁਹਾਨੂੰ ਜ਼ਿਆਦਾ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ MSME ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼। ਮੰਤਰੀ ਦਾ ਨਾਂ ਨਾਰਾਇਣ ਤਾਤੂ ਰਾਣੇ। ਚਲੋ ਬਹੁਤ ਵਧੀਆ, ਖਿੱਚ ਕੇ ਰੱਖੋ ਕੰਮ ਇੱਦਾਂ ਹੀ। ਚਲੋ ਇਹਨੂੰ ਛੱਡੋ। ਇੰਡੀਆ ਨੂੰ ਮਿਲ ਚੁੱਕਾ ਜੀ ਆਪਣਾ 100ਵਾਂ ਯੂਨੀਕॉर्न ਸਟਾਰਟਅਪ। ਉਹਦਾ ਨਾਂ ਕੀ ਹੈ? ਨਿਓ ਬੈਂਕ ਓਪਨ। ਉਹ ਤੋਂ ਬਾਅਦ ਹੋਰ ਆਏ ਨੇ, ਉਹ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਪਰਪਲ ਵਗੈਰਾ, ਫਿਜ਼ਿਕਸ ਵਾਲਾ ਵਗੈਰਾ। ਹੁਣ 100th ਬਾਰੇ ਧਿਆਨ ਰੱਖਣਾ ਸੀ। 100th ਯੂਨੀਕॉर्न ਸਟਾਰਟਅਪ ਹੈ, ਨਾ ਕੀ ਹੈ? ਨਿਓ ਬੈਂਕ ਓਪਨ, ਕਿਉਂਕਿ ਫਸਟ ਇੰਪੋਰਟੈਂਟ ਹੁੰਦਾ ਤੇ 100th। ਸਭ ਨੂੰ ਪਤਾ ਹੈ ਕਿ ਪਹਿਲਾ ਬੰਦਾ ਕੌਣ ਸੀਗਾ ਚੰਦ ਤੇ ਉਤਰਨ ਵਾਲਾ? ਦੂਜਾ ਤੀਜਾ ਪਤਾ ਕਿਸੇ ਨੂੰ? ਤੇ ਪਤਾ ਹੈ ਕਹਦੇ ਸਰ ਨੀਲ ਆਰਮਸਟਰੋਂਗ, ਐਡਵਿਨ ਐਲਡਰਿਨ। ਤੀਜਾ ਕੌਣ ਸੀ? ਬਸ ਐਲਡਰਿਨ। ਸਰ ਤੀਜਾ ਕੌਣ ਸੀ? ਨਹੀਂ ਪਤਾ। ਤਾਂ ਦੱਸੋ ਮੈਨੂੰ, ਇੰਡੀਆ ਦਾ ਪਹਿਲਾ ਯੂਨੀਕॉर्न ਸਨ 2011 ਵਿੱਚ ਆਇਆ ਸੀ, ਭਲਾ ਕਿਹੜਾ ਸੀਗਾ ਉਹ? ਇਨਮੋਬੀ, ਫਲਿੱਪਕਾਰਟ, ਬਾਈਜੂਸ, ਪੇਟੀਐਮ। ਇਨਮੋਬੀ, ਫਲਿੱਪਕਾਰਟ, ਬਾਈਜੂਸ, ਪੇਟੀਐਮ। ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਇਨਮੋਬੀ। ਮੈਂ ਕਿਹਾ ਛੇਤੀ ਛੇਤੀ ਕਰਦੇ ਆ ਦੀਵਾਲੀ ਯਾਰ, ਤੁਸੀਂ ਵੀ ਤਿਉਹਾਰ ਵਗੈਰਾ ਮਨਾਓ। ਇੰਨੀ ਗੱਲ ਮੈਂ ਕਹੂੰਗਾ, ਕੰਪਾਈਲੇਸ਼ਨ ਤੁਹਾਨੂੰ ਦਿੱਤੀ ਹੋਈ ਹੈ ਜਿਹੜੀ, ਉਹਨੂੰ ਰੀਡ ਕਰਦੇ ਰਹੋ। ਦੀਵਾਲੀ ਵਾਲੇ ਦਿਨ ਦੇਖੋ, ਮੈਨੂੰ ਪਤਾ ਦੀਵਾਲੀ ਵਾਲੇ ਤਿਉਹਾਰ ਵਾਲੇ ਦਿਨ ਹੁੰਦੇ ਨੇ, ਸਭ ਦਾ ਜੀਅ ਕਰਦਾ ਘੁੰਮਣ ਫਿਰਨ ਦਾ, ਮੇਲੇ 'ਚ ਜਾਣ ਦਾ, ਹੈ ਨਾ, ਬਾਜ਼ਾਰ ਘੁੰਮਣ ਦਾ, ਯਾਰਾਂ ਦੋਸਤਾਂ ਨਾਲ, ਘਰਦਿਆਂ ਨਾਲ ਬਹਿਣ ਦਾ। ਬਟ 2 ਘੰਟੇ ਜ਼ਰੂਰ ਕੱਢਣੇ ਆਪਣੇ ਵਿੱਚ, 2 ਘੰਟੇ ਜ਼ਰੂਰ ਕੱਢਣੇ ਯਾਰ, 2 ਘੰਟੇ ਪਲੀਜ਼, ਮੇਰੇ ਕਹੇ ਤੇ ਰਿਕੁਐਸਟ ਹੈ। ਅੱਗੇ ਕਿਹੜੀ ਟੀਮ ਨੇ ਜਿੱਤ ਲਿਆ ਜੀ ਆਪਣਾ 35th ਸਪੈਨਿਸ਼ ਲੀਗ ਟਾਈਟਲ, ਯਾਨੀ ਕਿ ਲਾ ਲੀਗਾ ਵਾਲਾ ਜਿਹੜਾ ਟਾਈਟਲ ਸੀਗਾ? ਦੱਸੋ ਛੇਤੀ। ਰੀਅਲ ਮੈਡਰਿਡ, ਐਸਪੈਨਿਓਲ, ਬਾਰਸੀਲੋਨਾ ਜਾਂ ਫਿਰ ਇੰਟਰ ਮਿਲਾਨ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਗੱਲ ਕਰ ਚੁੱਕੇ ਹਾਂ ਜੀ, 3-4 ਹੁੰਦੇ ਨੇ। ਬੁੰਡਸ ਲੀਗਾ ਇੱਕ ਲੀਗ ਖੇਲੀ ਜਾਂਦੀ ਹੈ ਜੀ ਜਰਮਨੀ ਵਿੱਚ, ਉਹ ਜਿੱਤੀ ਜੀ ਬਾਇਰਨ ਮਿਊਨਿਕ ਨੇ। ਸੀਰੀ ਏ ਇੱਕ ਲੀਗ ਖੇਡੀ ਜਾਂਦੀ ਹੈ
फ्रांस विच वो जीती PSG यानी कि पैरिस सेंट जर्मेन ने। लीग 1 एक सीरीज़ खेडी जाती है इटली विच, वो खेडी वो जीती, सॉरी खेडी कह रहा मैं, वो जीती AC मिलान ने। ऐदा ही स्पैनिश लीग सीगी जीती किने, रियल मैड्रिड ने। तो ये रहा थोड़ा जिहा तुहाडे लई, जिद्दां मैं गल कही सी, मैं शायद उल्टा तो नहीं कह गया फ्रांस ते इहदे वाला। तो इदा ध्यान रखना ना जी, इटली च L आंदा है तो लीग 1 उधर होगी, फ्रांस विच कुछ इटली च L आंदा है मतलब यदी लीग का नाम नहीं आऊगा, है ना। इदा ध्यान रख लेना, मैं तो एक्चुअली हुण इदा ही ध्यान रखूँगा, मैं भी कन्फ्यूज हो गया सी। इटली विच L आंदा है मतलब यदी जिहड़ी सीरीज़ है उहदे विच L नहीं आऊगा, मतलब कि इटली विच सीरी ए, फ्रांस विच लीग 1। अब देखो जर्मनी विच बुंडसलीगा बायर्न म्यूनिख, फ्रांस विच लीग 1 PSG, ये गलत है। इटली विच सीरी ए जीती किने, AC मिलान, AC मिलान। ला लीगा यानी कि स्पेनिश फुटबॉल लीग, ये जीती रियल मैड्रिड ने। एक होंदी है जी UEFA दी चैंपीयंस लीग, ये भी थोड़े को पूछा जा सकता भी कित्थे हुई है। ये पहला होनी सी सेंट पीटर्सबर्ग रशिया विच, ये पहला होनी सी सेंट पीटर्सबर्ग रशिया भी, लेकिन थोड़ा पता रशिया ने की करा किया यूक्रेन ते गाह पा के, ता करके हुणे कित्थे हो रही है, पैरिस विच हो रही है। तो एक होई जाती है उन्होंने कहते हैं UEFA यूरोपा लीग, ये भी गल ध्यान रखनी है सी, UEFA यूरोपा लीग। तो ये किहने जीती, ये जीती जी एक जर्मनी का क्लब है एन ट्राक्ट, ऐदा याद कर लो, थोनों किसी ने नहीं पूछना उत्थे भी की बोलते किद्दां लिखते, बस ध्यान रखनी चाहिए सानू। UEFA चैंपियंस लीग जो सवाल आवे तो रियल मैड्रिड, या UEFA यूरोपा लीग सवाल आया तो एंट्रैक्ट फ्रैंकफर्ट। अगला भाई कहते नेशनल म्यूजियम ऑफ इंडियन सिनेमा ने इस साल कहते एक फिल्म फैसटीवल मनाया सीगा, किहदे जन्मदिन उत्ते, ये मनाया सी जी सत्यजीत रे दे जन्मदिन उत्ते। अगला किहड़ी स्टेट के मुख्यमंत्री ने लॉन्च की जी एक योजना जिहदा नाम रखा कि मुख्यमंत्री मितान योजना। किहड़ी योजना, मुख्यमंत्री पहला किहड़ी, मितान योजना। तो ये किधर जा खोलिया जी, ये किया जी छत्तीसगढ़ वालियां ने। अगे किहड़ी इंश्योरेंस कंपनी ने एक ज्वाइन किया जी UN बैक्ड प्रिंसीपल फॉर रिस्पॉन्सिबल इन्वेस्टमेंट, PRI। थोड़े को पेपर 'च बस इन्ना ही आऊगा, थोड़े को मेरे वांगू वधिया मास्टर तो होगा नहीं जिहड़ा तुहानूं समझाऊगा कि PRI का मतलब की है। थोड़े को पेपर 'च इन्ना ही आऊगा भी किहड़ा इंश्योरेंस कंपनी है जिहड़ा कि UN बैक्ड एक रिस्पॉन्सिबल इन्वेस्टमेंट प्रिंसीपल फॉर रिस्पॉन्सिबल इन्वेस्टमेंट विच इन्हां ने कीता, दसो छेती। तो की हो जाता इसका आंसर, ਇਹਦਾ आंसर हो जाता है जी कि HDFC लाइफ, बिल्कुल ठीक है जी HDFC लाइफ। अगला बिहार के मुख्यमंत्री ने नीतीश कुमार, उन्हें उद्घाटन किया इंडिया के पहले एथेनॉल प्लांट का, पहले एथेनॉल प्लांट। एक सवाल आता जी सैकेंड जनरेशन एथेनॉल प्लांट, वो है जी इंडियन ऑयल कॉरपोरेशन लिमिटेड का, कित्थे, पानीपत विच। ठीक है, हुण दूजा जिहड़ा मतलब पहला जिहड़ा सीगा ये सीगा बिहार कित्थे, पूर्णिया। अगला हरियाणा की सरकार कहती एक स्टेडियम बना रही है नीरज चोपड़ा जिहड़ा जद्दी पिंड है खांडा विलेज, ये किहड़े जिले विच पैंदा भला, खांडा विलेज ये किहड़े जिले विच पैंदा, तुहानूं सारिआं नूं पता होना चाहिए। देखो नीरज चोपड़ा बारे बहुत मैडल लुट ले गया बंदा। पहला तो वर्ल्ड चैंपीयनशिप या वर्ल्ड एथलैटिक चैंपीयनशिप जी ओरेगन USA विच है, उहदे विच नीरज चोपड़ा का सिल्वर मैडल आया। 19 साल बाद इंडिया विच मैडल आया, 19 साल पहला 2003 विच आया सीगा अंजू बॉबी जॉर्ज का, केरला तो बिलोंग करती है, लॉन्ग जंप विच। ते नीरज चोपड़ा का सिल्वर आया। तो फस्ट किदा है, फस्ट सीगा ग्रेनाडा का बंदा, एक ग्रेनाडा एक आइलैंड कंट्री है, सॉरी एंडरसन पीटर्स उहदा आया। तो बाकी डायमंड लीग हुई सी जी ज्यूरिक स्विट्जरलैंड विच, उहदे विच तां भाजी फट्टे ही चक गए, उहदे विच तां भाजी फर्स्ट आई थी, फर्स्ट है ना। चलो ਇਹਦਾ आंसर हो जाता जी पानीपत। अगला केरला ने हराया वैस्ट बंगाल नूं ते लुट ली अपनी 7वीं संतोष ट्रॉफी का टाइटल। किहड़ा 7वां संतोष ट्रॉफी का टाइटल एट मंजेरी स्टेडियम। तो मंजेरी स्टेडियम कित्थे पैंदा भला। हुण ये सारे सवाल ना जिहड़े मेरे कोल बच्चे ना जिहड़े रेगूलर जुड़े हुए ने, जिहड़ा बैच विच ने, जिन्हां कोल कंपाइलेशनां ने, उन्होंने पता नहीं कितनी बार पढ़ ले। आ देखो इन्हां ने तो पता नहीं गाह पाया होया। एक बार मैं पेड क्लास च भी करांदा सी, एक आंदे नहीं जी सोनू जिंदल आंदे ने साडे कोल, मैं कहा जी ऐ रट्टा पे उन्होंने कई सवाल था, क्यों रिवीजन इन्नी बार होगी। तो सोचो ਇਹਦੇ ਵਿੱਚੋਂ ਜੇ 80% ਸਵਾਲ ਵੀ ਆ ਗਏ ਨਾ, ਪੇਪਰ ਤੁਹਾਡਾ ਪਾਸ ਹੈ। ਪੇਪਰ ਇਹ ਸਕੂਲ ਵਾਲਾ ਪੇਪਰ ਨਹੀਂ ਵੀ 100 ਵਿੱਚੋਂ 95 ਵਾਲਾ ਪਾਸ ਹੋਗਾ ਨਾ, 100 ਵਿੱਚੋਂ 60% ਵਾਲਾ ਬੰਦਾ ਪਾਸ ਹੁੰਦਾ ਹੈ, ਉਹਦੀ ਨੌਕਰੀ ਲੱਗਦੀ ਹੈ ਇਹਨਾਂ ਪੇਪਰਾਂ ਵਿੱਚ। ਤੇ ਆਪਣੇ ਕਿਰਾਏ ਵਿੱਚ ਜੇ 80% ਆ ਗਏ ਤੇ ਰੱਬ ਦੀ ਮਿਹਰ ਰਹੀ ਹੈ ਹੁਣ ਤੱਕ ਬਹੁਤ ਵਧੀਆ। ਆਪਣੇ ਨਾਇਬ ਤਹਿਸੀਲਦਾਰ ਵਿੱਚ ਵੀ, ਕੋਆਪਰੇਟਿਵ ਇੰਸਪੈਕਟਰ ਵਿੱਚ ਵੀ, ਪੰਜਾਬ ਪੁਲਿਸ ਵੀ ਆਪਣੇ ਸਵਾਲ ਆਏ ਹੋਏ ਨੇ ਤੇ ਅੱਗੇ ਵੀ ਆਣਗੇ। ਸਟਾਰਟਿੰਗ ਵਿੱਚ ਕਿਹਾ ਸੀ ਕੌਨਫੀਡੈਂਸ, ਓਵਰ ਕੌਨਫੀਡੈਂਸ ਨਹੀਂ ਹੈ, ਕੌਨਫੀਡੈਂਸ ਹੈ।
ਤਾਂ ਜ਼ਰੂਰ ਜੁੜੋ ਮੇਰੇ ਨਾਲ, ਹਮੇਸ਼ਾ ਮੈਂ ਕਹਿੰਦਾ। ਬੈਚ ਸਟਾਰਟ ਹੋ ਚੁੱਕੇ ਨੇ, PSSB ਕਲਰਕ ਵੀ, ਐਕਸਾਈਜ਼ ਇੰਸਪੈਕਟਰ ਵੀ, ਫੋਰੈਸਟ ਗਾਰਡ ਦਾ ਚੱਲ ਹੀ ਰਿਹਾ ਤੇ ਚੌਥਾ ਵੀਡੀਓ ਵੀ। ਤੇ ਕਿਸੇ ਵਿੱਚ ਵੀ ਮੇਰੇ ਨਾਲ ਜੁੜਨ ਲਈ ਤੁਸੀਂ ਕੀ ਕਰਨਾ ਹੈ? ਕੁਝ ਨਹੀਂ ਕਰਨਾ। ਜੇ ਮੇਰੇ ਨਾਲ ਜੁੜਨਾ ਹੈ, ਮੇਰੇ ਨਾਲ ਜੁੜਨਾ ਹੈ ਜੇ, ਤਾਂ Y383 Y383 ਇਹਨੂੰ ਲਾ ਕੇ ਹੀ ਮੇਰੇ ਨਾਲ ਜੁੜੋਗੇ, ਕਿਉਂਕਿ ਇੱਕ ਡੇਟਾਬੇਸ ਜਿਹਾ ਤਿਆਰ ਹੋ ਜਾਂਦਾ ਵੀ ਇਹ ਸਰ ਦੇ ਨਾਲ ਇੰਨੇ ਬੱਚੇ, ਇਹ ਸਰ ਦੇ ਨਾਲ ਇੰਨੇ ਬੱਚੇ, ਇਹ ਸਰ ਦੇ ਨਾਲ ਇੰਨੇ ਬੱਚੇ, ਇਹ ਸਰ ਦੇ ਨਾਲ ਇੰਨੇ ਬੱਚੇ। ਤੇ ਇਹਨਾਂ ਵਿੱਚੋਂ ਵੀ ਮੈਂ ਕੁਝ ਬੱਚਿਆਂ ਨੂੰ ਫੜੂੰਗਾ ਮਤਲਬ ਕੱਢੂੰਗਾ ਮਤਲਬ ਪਰਸਨਲੀ ਮੈਂਟਰ ਕਰਨਾ ਇਹਨਾਂ ਨੂੰ। ਕਿਉਂਕਿ ਉਹ ਬੱਚੇ ਮੈਨੂੰ ਪਤਾ ਲੱਗ ਜੂਗੇ ਕਿ ਟੈਸਟ ਲੈਣਾ ਮੈਂ ਛੋਟਾ ਜਿਹਾ, ਤੇ ਪਤਾ ਲੱਗ ਜੂਗਾ ਕਿ ਹਾਂ ਇਹ ਬੱਚਾ ਹੈ ਜਿਹੜਾ ਇਹਨੇ ਨੌਕਰੀ, ਇਹਨੂੰ चाहिए ही चाहिए, है ना, चाहिए ही चाहिए। कहते अगर सीने में आग लगी ना तो दिखे तो थोड़ी, पता तो लगे कि हाँ जी यार अंदर भांबड़ फुट रहे ने, नौकरी लैनी ही लैनी है। थोड़े को पुछ जे नौकरी ना लगी की करेगा, मजाक च भी कोई कह रहा वो बाहर तुर जाएंगे, तो मैंने वो जो बच्चा चाहिए ही नहीं, मैंने वो चाहिए भी हाँ जी सर नौकरी लैनी है। तो जे मेरे नाल जुड़े रहे ना, मैं पहला भी कहा अगली दिवाली नौकरी वाली होगी, बस गल्लां सुननियां पैणी, बाकी मर्जी अपनी अपनी यार। Y383 ला के आंसर जाता जी केरला। अगला ਕਿਹੜੀ ਯੂਨੀਵਰਸਿਟੀ ਨੇ ਜਿੱਤ ਲਿਆ ਜੀ ਖੇਲੋ ਇੰਡੀਆ ਯੂਨੀਵਰਸਿਟੀ ਗੇਮ 2022? ਤਾਂ ਇਹ ਹੋਈ ਸੀ ਗੇਮਸ, ਕਿੱਥੇ ਹੋਈ ਸੀਗੀਆਂ? ਇਹ ਬੈਂਗਲੌਰ ਵਿੱਚ ਹੋਈ ਸੀ। ਤੇ ਜਿਹੜੀ ਯੂਨੀਵਰਸਿਟੀ ਵਿੱਚ ਹੋਈ ਆ ਜੀ ਉੱਥੇ ਜਿੱਤ ਗਈਆਂ ਇਹ। ਤਾਂ ਤੁਹਾਨੂੰ ਪਤਾ ਜੀ ਪੰਜਾਬ LP ਪੰਜਾਬੀ ਤਾਂ ਪੰਜਾਬ 'ਚ ਨੇ, ਤਾਂ ਓਬਵੀਅਸ ਜੀ ਗੱਲ ਹੈ ਜੈਨ ਯੂਨੀਵਰਸਿਟੀ ਹੀ ਜਿੱਤੀ ਹੋਣੀ। ਅਗਲਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਉਦਘਾਟਨ ਕੀਤਾ ਜੀ BSF ਯਾਨੀ ਕਿ ਬਾਰਡਰ ਸਿਕਿਉਰਿਟੀ ਫੋਰਸ ਦੇ ਫਲੋਟਿੰਗ ਬਾਰਡਰ ਆਊਟਪੋਸਟ ਦਾ ਐਟ ਹਿੰਗਾਲਗੰਜ। ਹੁਣ ਦੇਖੋ ਫਲੋਟਿੰਗ ਤਾਂ ਤੈਰਦਾ ਹੋਇਆ ਮਤਲਬ ਸਮੁੰਦਰ ਹੋਣਾ, ਕਿਉਂਕਿ ਬਾਰਡਰ ਵਾਲੀ ਗੱਲ ਹੋ ਰਹੀ ਹੈ। ਤਾਂ ਬਾਰਡਰ ਕਿੱਥੇ ਹੁੰਦੇ ਨੇ? ਮਹਾਰਾਸ਼ਟਰ 'ਚ ਬਾਰਡਰ ਹੈ ਬਾਰਡਰ ਮਹਾਰਾਸ਼ਟਰ 'ਚ, ਭਾਵੇਂ ਬਾਰਡਰ ਨਹੀਂ ਹੈ, ਪਾਣੀ ਤਾਂ ਲੱਗਦਾ। ਅੱਤਵਾਦੀ ਤਾਂ ਆਏ ਸੀ ਨਾ ਉੱਥੇ ਹੀ, ਚਾਰ ਹੱਥ 'ਤੇ ਬਾਰਡਰ ਲੱਗਦਾ ਹੁੰਦਾ। ਹੁਣ ਦੱਸੋ, ਤਾਂ ਆਨਸਰ ਹੋ ਜਾਂਦਾ ਜੀ ਵੈਸਟ ਬੰਗਾਲ। ਤੁੱਕਾ ਵੀ ਨਹੀਂ ਮਾਰ ਸਕੋਗੇ ਜੇ ਪੜ੍ਹੇ ਨਹੀਂ। ਕਰੰਟ ਅਫੇਅਰ ਅੱਜ ਕੱਲ੍ਹ ਦੇਖੋ ਐਗਜ਼ਾਮੀਨਰ ਬਹੁਤ ਤੇਜ਼ ਹੋ ਗਿਆ। ਉਹ ਪੁਰਾਣੇ ਟਾਈਮ ਸੀਗੇ ਹੂ ਇਜ਼ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੁਣ ਨਹੀਂ ਪੁੱਛਦਾ। ਹੁਣ ਉਹਨੇ ਪੁੱਛ ਲੈਣਾ ਕਿ ਹੂ ਵਾਜ਼ ਦਾ ਫਸਟ ਪ੍ਰੈਜ਼ੀਡੈਂਟ ਆਫ BJP। ਇਹ ਪੇਪਰ 'ਚ ਮੇਰੇ ਕੋਲ ਸਵਾਲ ਆਇਆ ਹੋਇਆ ਇੱਕ ਵਾਰ, ਤੇ ਮੈਨੂੰ ਪਤਾ ਨਹੀਂ ਸੀ, ਤੇ ਮੈਂ ਹੋ ਗਿਆ ਹੈ ਤੇ ਅਟਲ ਬਿਹਾਰੀ ਵਾਜਪੇਈ ਆਨਸਰ ਸੀ, ਇਹ ਪਤਾ ਹੀ ਨਹੀਂ ਸਾਨੂੰ। ਐਗਜ਼ਾਮੀਨਰ ਬਹੁਤ ਤੇਜ਼ ਹੋ ਗਿਆ ਯਾਰ। ਹੁਣ ਆਪਣਾ ਪੰਜਾਬ ਪੁਲਿਸ ਸਵਾਲ ਆਇਆ 4th CM ਆਫ ਵੈਸਟ ਬੰਗਾਲ। ਉਹ ਕਿਉਂ ਆਇਆ? ਕਿਉਂਕਿ ਇੱਕ ਵੈਸਟ ਬੰਗਾਲ ਦੇ ਮੁੱਖ ਮੰਤਰੀ ਦੀ ਡੈਥ ਹੋਈ ਸੀ ਪਿੱਛੇ ਜੇ, ਤਾਂ ਆਇਆ ਸੀ ਸਵਾਲ। ਹੁਣ ਤੁਹਾਡੇ ਕੋਲ ਪੇਪਰ 'ਚ ਸਵਾਲ ਆ ਸਕਦੇ ਕਿ ਛੱਤੀਸਗੜ੍ਹ ਵਿੱਚ ਕਿੰਨੇ ਜ਼ਿਲ੍ਹੇ ਹੋ ਚੁੱਕੇ ਨੇ। ਹੁਣ ਤੁਸੀਂ ਕਹੋਗੇ ਛੱਤੀਸਗੜ੍ਹ ਨਾਲ ਸਾਡਾ ਕੀ ਲੈਣਾ ਦੇਣਾ, ਲੇਕਿਨ ਕਰੰਟ ਅਫੇਅਰ ਹੈ। 29ਵਾਂ ਜ਼ਿਲ੍ਹਾ ਬਣਾਇਆ ਇੱਕ ਮੋਹਨ ਅੰਬਾਗੜ ਚੌਂਕੀ, 29th ਜ਼ਿਲ੍ਹਾ ਬਣਿਆ ਹੈ, ਉਹ ਕਰੰਟ ਅਫੇਅਰ ਹੈ। ਇਹ ਗਲਤੀਆਂ ਆਪਣੀਆਂ ਹੁੰਦੀਆਂ ਨੇ ਭਾਜੀ, ਇਹ ਹੋਰ ਕਿਸੇ ਨਹੀਂ, ਆਪਣੀ ਗਲਤੀਆਂ ਹੁੰਦੀਆਂ ਨੇ, ਇਹ ਪੜ੍ਹ ਕੇ ਨਹੀਂ ਜਾਂਦੇ। ਆਨਸਰ ਹੋ ਜਾਂਦਾ ਜੀ ਵੈਸਟ ਬੰਗਾਲ, ਬਿਲਕੁਲ ਠੀਕ ਹੈ। ਅਗਲਾ ਇੰਡੀਆ ਟੂ ਬੀ ਕੰਟਰੀ ਆਫ ਆਨਰ ਐਟ ਮਾਰਚ ਡੂ ਫਿਲਮ ਟੂ ਬੀ ਹੈਲਡ ਅਲੋਂਗਸਾਈਡ ਕਾਨਸ ਫਿਲਮ ਫੈਸਟੀਵਲ ਇਨ ਫਰਾਂਸ। ਤਾਂ ਕਾਨਸ ਫਿਲਮ ਫੈਸਟੀਵਲ ਦਾ ਕਿਹੜਾ ਐਡੀਸ਼ਨ ਹੈ ਇਹ? 71, 72, 73, 74? ਮੇਰੇ ਤਾਂ ਸੌਰੀ 71, 72, 73, 75 ਮੇਰੇ ਤਾਂ ਉਹ ਆ ਯਾਦ ਆ ਜਾਂਦੀ ਮੂਵੀ ਨਹੀਂ, ਖਿਲਾੜੀ ਭਈਆ ਐ ਡਾਂਸ ਕਰਦੇ ਹੋਏ, ਖਿਲਾੜੀ 786, 74, 75, ਉਹ ਜਿਹੜੀ ਅਫਰੀਕਨ ਦਾਦੀ ਉਹਨਾਂ ਦੀ। ਤਾਂ ਆਨਸਰ ਇਜ਼ 75। ਚਲੋ ਹੁਣ ਇਹਦੇ ਵਿੱਚ ਇੱਕ ਧਿਆਨ ਰੱਖਣੀ ਹੈ, ਇੰਡੀਆ ਦਾ ਜਿਹੜਾ ਪਵੇਲੀਅਨ ਹੋਊਗਾ ਉੱਥੇ, ਉਹਦੀ ਥੀਮ ਕੀ ਹੈ? ਇੰਡੀਆ ਐਟ ਦਾ ਕੰਟੈਂਟ ਹਬ ਆਫ ਦਾ ਵਰਲਡ। ਇਹ ਗੱਲ ਧਿਆਨ ਰੱਖਣੀ ਹੈ, ਇੰਡੀਆ ਐਟ ਦਾ ਕੰਟੈਂਟ ਹਬ ਆਫ ਦਾ ਵਰਲਡ। ਅਗਲਾ ਯੂਨੀਅਨ ਮਿਨਿਸਟਰ ਜਤਿੰਦਰ ਸਿੰਘ ਜੀ ਨੇ ਐਡਰੈਸ ਕੀਤਾ ਜੀ 7ਵੀਂ ਆਲ ਇੰਡੀਆ ਪੈਨਸ਼ਨ ਅਦਾਲਤ ਇਨ ਕਿੱਥੇ? ਬੰਬਈ, ਕਲਕੱਤੇ, ਬੈਂਗਲੌਰ, ਨਈ ਦਿੱਲੀ। ਬੰਬਈ, ਕਲਕੱਤੇ, ਬੈਂਗਲੌਰ, ਨਈ ਦਿੱਲੀ। ਤਾਂ ਆਨਸਰ ਕੀ ਹੋ ਜਾਂਦਾ ਇਹਦਾ? ਇਹ ਕੀਤੀ ਜੀ ਕਿੱਥੇ? ਨਈ ਦਿੱਲੀ ਵਿੱਚ ਕੀਤੀ। ਹੋਰ ਕਿਆ ਲੈ, ਹੋਰ ਕਿੱਥੇ ਕੀਤੀ ਹੋਣੀ? ਅਗਲਾ ਇਹਨੂੰ ਛੱਡੋ। ਹਾਂ, ਹੈਲਥ ਮਿਨਿਸਟਰ ਡਾਕਟਰ ਮਨਸੁਖ ਮਾਂਡੇਵੀ ਜੀ ਨੇ ਉਦਘਾਟਨ ਕੀਤਾ ਇੱਕ 3 ਦਿਨ ਦਾ ਸਵਾਸਥਯ ਚਿੰਤਨ ਸ਼ਿਵਿਰ ਹੈਲਥ ਸਮਿਟ। ਸਵਾਸਥਯ ਚਿੰਤਨ ਸ਼ਿਵਿਰ ਹੈਲਥ ਸਮਿਟ ਭਲਾ ਕਿੱਥੇ? ਮਹਾਰਾਸ਼ਟਰ, ਗੁਜਰਾਤ, ਹਿਮਾਚਲ, ਰਾਜਸਥਾਨ। ਮਹਾਰਾਸ਼ਟਰ, ਗੁਜਰਾਤ, ਹਿਮਾਚਲ, ਰਾਜਸਥਾਨ ਨਹੀਂ ਤੁੱਕੇ ਲੱਗਦੇ ਭਾਜੀ, ਪੜ੍ਹਨਾ ਪੈਂਦਾ ਜੇ। ਆਨਸਰ ਜਾਂਦਾ ਜੀ ਗੁਜਰਾਤ। ਅਗਲਾ ਥੱਕ ਗਏ ਯਾਰ। ਮੋਦੀ ਜੀ ਗਏ ਸੀਗੇ, ਤੁਹਾਨੂੰ ਪਤਾ ਹੋਣਾ ਜੀ G7 ਦੀ ਮੀਟਿੰਗ ਵਿੱਚ ਗਏ ਸੀਗੇ। G7 ਦਾ ਮਤਲਬ ਕਿਹੜੀ 5-7 ਕੰਟਰੀਆਂ ਹੁੰਦੀਆਂ ਨੇ। ਜੂਸ, ਗਰਲਫ੍ਰੈਂਡ, J ਫॉर ਜਾਪਾਨ, UK, ਇਟਲੀ, ਕੈਨੇਡਾ, ਇੰਗਲੈਂਡ, ਜਰਮਨੀ ਤੇ ਫਰਾਂਸ। ਤੇ ਇਸ ਵਾਰ ਹੋਈ ਕਿੱਥੇ ਮੀਟਿੰਗ? ਜਰਮਨੀ ਵਿੱਚ ਹੋਈ। ਕਿਹੜਾ ਐਡੀਸ਼ਨ ਸੀਗਾ? 48 ਸੀਗਾ। ਤੇ ਕਿੱਥੇ ਹੋਈ? ਜਰਮਨੀ ਵਿੱਚ। ਜਰਮਨੀ ਵਿੱਚ ਹੋਈ ਜੀ, ਥਾਂ ਦਾ ਨਾਂ ਸੀਗਾ ਬਵਾਰੀਆ। ਉੱਥੇ 5 ਕੰਟਰੀਆਂ ਨੂੰ ਇਨਵਾਈਟ ਕੀਤਾ ਸੀ ਐਜ਼ फ्रेंड्स, कम ऑन फ्रेंड्स। तो ए तो अर्जेंटीना, एस तो सैनेगल, आई तो इंडिया, आई तो इंडोनेशिया, तो एस तो साउथ अफ्रीका। तो मोदी जी गए सीगे। मोदी जी पहला गल्लां बातां मार के जर्मनी वाले बाई जी नाल, फिर उस तो बाद मोदी ने पार्टिसिपेट किया इन द 2nd इंडिया नॉर्डिक समिट। कित्थे होया भला? ये
ਕੋਪਨਹਾਗਨ ਡੈਨਮਾਰਕ ਵਿੱਚ। 2018 ਵਿੱਚ ਪਹਿਲਾ ਹੋਇਆ ਸੀਗਾ, ਦੇਖੋ ਲਿਖਿਆ ਹੋਇਆ ਕਿੱਥੇ ਹੋਇਆ ਸੀ ਇਹ, ਸਟਾਕਹੋਲਮ ਯਾਨੀ ਕਿ ਸਵੀਡਨ ਦੇ ਵਿੱਚ। ਤਾਂ ਇਹਦੇ ਵਿੱਚ ਮੋਦੀ ਜੀ ਨਾਲ ਕੌਣ ਕੌਣ ਬੈਠੇ ਸੀਗੇ, ਆਹ ਵੇਖੋ ਆਈਸਲੈਂਡ, ਨਾਰਵੇ, ਸਵੀਡਨ ਤੇ ਫਿਨਲੈਂਡ ਵਾਲਿਆਂ ਨੇ ਇਕੱਠੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ। ਅਗਲਾ ਇਹ ਛੱਡੋ, ਹਾਂ ਇੰਡੀਅਨ ਕੋਸਟ ਗਾਰਡ ਪ੍ਰਧਾਨ ਦਾ ਨਾਮ VS ਪਠਾਨੀਆ, ਕਮਿਸ਼ਨ ਕੀਤੀ ਜੀ ਸੈਕਿੰਡ ALH Mark 3 ਸਕੁਆਡਰਨ ਇਨ ਕੋਚੀ। ਕੋਚੀ ਕਿੱਥੇ, ਕੇਰਲਾ। ਵੇਅਰ ਇਜ਼ ਦਾ ਫਸਟ ਸਕੁਆਡਰਨ ਐਟ, ਪਹਿਲਾ ਸਕੁਆਡਰਨ ਕਿੱਥੇ ਹੈ, ਸੈਕਿੰਡ ਬਣਿਆ ਜੇ ਪਹਿਲਾ ਵੀ ਤਾਂ ਹੋਊਗਾ ਕਿਤੇ, ਤਾਂ ਮੁੰਬਈ ਹੈ, ਵਾਈਜ਼ੈਗ ਹੈ, ਭੁਵਨੇਸ਼ਵਰ ਹੈ, ਚੇਨਈ ਹੈ। ਢਿੱਲੇ ਪਏ ਹੋ, ਤਿਉਹਾਰ ਵਾਲੇ ਮੂਡ 'ਚ ਹੈ, ਪੇਪਰ ਤਾਂ ਦੇਖੋ ਫੇਰ ਵੀ ਹੋਣੇ, ਤਿਉਹਾਰ ਲੰਘਣ ਤੋਂ ਬਾਅਦ ਪੇਪਰ ਤਾਂ ਹੋਣੇ। ਤਾਂ ਮੇਰੀ ਗੱਲ ਇੰਨੀ ਮੰਨ ਲਿਓ, ਇੱਕ ਗੱਲ ਮੇਰੀ ਸੁਣ ਮਿਲੋ ਕੰਨ ਕਰਕੇ, ਕਹਿੰਦੇ ਕੀ ਮਿੱਤਰਾ ਪੜ੍ਹ ਲੈ 2 ਘੰਟੇ, ਬੀਬਾ ਪੜ੍ਹ ਲਈ ਪਲੀਜ਼, ਬੀਬਾ 2 ਘੰਟੇ ਪੜ੍ਹ ਲਈ ਬੀਬਾ, ਹੈ ਗੈਰੀ ਸੰਧੂ ਕਹਿੰਦਾ ਹੋਇਆ, ਸੁਣ ਰਿਹਾ ਤੁਹਾਨੂੰ, ਬੀਬਾ 2 ਘੰਟੇ ਪੜ੍ਹਨ ਦੇ, ਬਸ 2 ਘੰਟੇ ਰਿਵੀਜ਼ਨ ਰੱਖੋ। ਆਨਸਰ ਕੀ ਹੋ ਜਾਂਦਾ ਜੀ, ਭੁਵਨੇਸ਼ਵਰ, ਉੜੀਸਾ। ਅਗਲਾ, ਇੰਡੀਆ ਤੇ ਕਿਹਨੇ ਸਾਈਨ ਕੀਤਾ ਇੱਕ ਜੁਆਇੰਟ ਡੈਕਲੇਰੇਸ਼ਨ ਆਫ ਇੰਟੈਂਟ ਔਨ ਫੋਰੈਸਟ ਲੈਂਡਸਕੇਪ ਰੀਸਟੋਰੇਸ਼ਨ, MOU। ਜਿਹੜੇ ਬੈਚ ਵਿੱਚ ਜੁੜੇ ਹੋਏ ਨੇ ਬੱਚੇ ਉਹਨਾਂ ਨੂੰ ਤਾਂ ਪਤਾ ਨੇ, ਇੰਟਰਨੈਸ਼ਨਲ ਤੇ ਨੈਸ਼ਨਲ ਦੋਨੇ MOU ਕਰਾਏ ਹੋਏ ਨੇ ਉਹਨਾਂ ਨੂੰ, ਤਾਂ ਉਹਨਾਂ ਦੀ ਤਾਂ ਕਹਿੰਦੇ ਬਹਿ ਜਾ ਹੋਈ ਵੀ। ਆਨਸਰ ਇਜ਼ ਜਰਮਨੀ। ਅਗਲਾ, PM ਮੋਦੀ ਤੇ ਜਰਮਨ ਦੇ ਜਿਹੜੇ ਨਵੇਂ ਚਾਂਸਲਰ ਨੇ ਓਲਾਫ ਸ਼ੋਲਜ਼, ਇਹਨਾਂ ਨੇ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ਆਫ IGC ਇਨ ਬਰਲਿਨ। ਤਾਂ ਹੈ ਕਿ ਇਹ 4th ਕੀਤੀ ਸੀ ਮੀਟਿੰਗ, ਇਹ 5ਵੀਂ ਮੀਟਿੰਗ ਸੀ, 6th ਸੀਗੀ ਜਾਂ ਫਿਰ 7ਵੀਂ ਮੀਟਿੰਗ ਸੀ, ਕਿਹੜੀ ਮੀਟਿੰਗ ਸੀਗੀ ਇਹ, ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ 6th ਮੀਟਿੰਗ ਸੀਗੀ ਇਹ। ਬੜੇ ਜ਼ਿਆਦਾ ਕੁਐਸਚਨ ਨਹੀਂ ਹੋ ਗਏ। ਕਰੰਟ ਅਫੇਅਰ, ਫਾਰਮਰ ਪੈਟਰੋਲੀਅਮ ਸੈਕਟਰੀ ਤਰੁਣ ਕਪੂਰ ਹੁਣ ਬਣ ਚੁੱਕੇ ਨੇ ਐਡਵਾਈਜ਼ਰ ਟੂ ਪ੍ਰਧਾਨ ਮੰਤਰੀ। ਤਾਂ ਹੂ ਇਜ਼ ਦਾ ਪ੍ਰਿੰਸੀਪਲ ਸੈਕਟਰੀ, ਸ਼ਾਬਾਸ਼। ਸਾਬਕਾ ਪੈਟਰੋਲੀਅਮ ਸਕੱਤਰ ਤਰੁਣ ਕਪੂਰ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਪ੍ਰਮੁੱਖ ਸਕੱਤਰ ਕੌਣ ਹੈ, ਉਹ ਪੁੱਠਾ ਨਹੀਂ ਹੋ ਗਿਆ, ਫਾਰਮਰ ਪੈਟਰੋਲੀਅਮ ਸਕੱਤਰ, ਅੱਛਾ ਠੀਕ ਹੈ। ਤਾਂ ਮੁੱਖ ਸਕੱਤਰ ਕੌਣ ਹੈ, ਮੁੱਖ ਹੈ ਜੀ PK ਮਿਸ਼ਰਾ ਜੀ। CBDT ਦੇ ਚੇਅਰਮੈਨ ਪਹਿਲਾਂ ਸੰਗੀਤਾ ਸਿੰਘ ਜੀ ਕੀ, ਹੁਣ ਬਣ ਚੁੱਕਿਆ ਕੌਣ, ਨਿਤਿਨ ਗੁਪਤਾ। ਅਪਡੇਟ ਕਰਨਾ ਬਹੁਤ ਜ਼ਰੂਰੀ ਹੈ, ਜਿਹਦਾ CRPF ਦੇ ਪ੍ਰਧਾਨ ਹੁਣ ਕੁਲਦੀਪ ਸਿੰਘ ਨਹੀਂ, ਉਹ SS ਥਾਓ ਸੇਨ ਹੀ ਨੇ। ਜਿਹਦਾ ITBP ਦੇ ਪ੍ਰਧਾਨ ਹੁਣ SS ਥਾਓ ਸੇਨ ਨਹੀਂ, ਹੁਣ ਅਨੀਸ਼ ਦਿਆਲ ਸਿੰਘ ਜੀ ਨੇ। ਧਿਆਨ ਰੱਖਣੀ ਗੱਲਾਂ, ਅਨੀਸ਼ ਦਿਆਲ ਸਿੰਘ ਤੇ SS ਥਾਓ ਸੇਨ CRPF ਦੇ ਨਾਲ SSB ਦੇ। ਉੱਦਾਂ ਹੀ ਇਹ ਵੀ ਕ੍ਰਿਸ਼ਨਨ ਰਾਮਾਨੁਜਮ ਨਾਸਕੌਮ ਦੇ ਚੇਅਰਮੈਨ ਤੇ ਨੰਦ ਮੂਲਚੰਦਾਨੀ ਫਸਟ ਐਵਰ CTO ਯਾਨੀ ਕਿ ਚੀਫ ਟੈਕਨੋਲੋਜੀਕਲ ਆਫਿਸਰ ਆਫ CIA USA ਵਾਲੀ ਜਿਹੜੀ ਸੈਂਟਰਲ ਇਨਵੈਸਟੀਗੇਸ਼ਨ ਏਜੰਸੀ ਜਾਂ ਫਿਰ ਇੰਟੈਲੀਜੈਂਸ ਏਜੰਸੀ ਕੀ ਹੈ। ਸਟੈਚੂ ਆਫ ਸਰਦਾਰ ਪਟੇਲ, ਵੱਲਭ ਭਾਈ ਪਟੇਲ ਦੀ ਗੱਲ ਹੋ ਰਹੀ ਹੈ ਓਬਵੀਅਸਲੀ। ਇਹਦਾ ਉਦਘਾਟਨ ਹੋ ਚੁੱਕਾ ਹੈ ਸਨਾਤਨ ਮੰਦਿਰ ਕਲਚਰਲ ਸੈਂਟਰ ਮਰਖਮ। ਇਹ ਭਲਾ ਹੈ ਕਿੱਥੇ, ਸਵੀਡਨ, USA, ਫਿਜੀ ਜਾਂ ਫਿਰ ਕੈਨੇਡਾ। ਸਵੀਡਨ, USA, ਫਿਜੀ ਜਾਂ ਫਿਰ ਕੈਨੇਡਾ। ਹਾਂਜੀ ਖਿੱਚ ਕੇ ਰੱਖੋ ਕੰਮ ਥੋੜਾ। ਤਾਂ ਜੀ ਅੰਤਰ ਹੋ ਜਾਂਦਾ ਕਿ ਕੈਨੇਡਾ। ਚਲੋ, ਹਰਸ਼ਰ ਸ਼ਰਦ ਗਰੁੜ ਬਣ ਚੁੱਕੇ ਜੀ ਪਹਿਲੀ ਇੰਡੀਅਨ ਟੂ ਵਿਨ ਗੋਲਡ ਮੈਡਲ ਐਟ IAAF ਦੀ ਜੂਨੀਅਰ ਵਰਲਡ ਵੇਟ ਲਿਫਟਿੰਗ ਚੈਂਪੀਅਨਸ਼ਿਪ। ਤਾਂ ਗੁੱਡੀ ਬਿਲੋਂਗ ਕਿੱਥੋਂ ਕਰਦੀ ਹੈ, ਮਹਾਰਾਸ਼ਟਰ ਤੋਂ, ਰਾਜਸਥਾਨ ਤੋਂ, ਉੱਤਰ ਪ੍ਰਦੇਸ਼ ਤੋਂ ਜਾਂ ਫਿਰ ਕਰਨਾਟਕਾ ਤੋਂ। ਮਹਾਰਾਸ਼ਟਰ ਤੋਂ, ਰਾਜਸਥਾਨ ਤੋਂ, ਉੱਤਰ ਪ੍ਰਦੇਸ਼ ਤੋਂ ਜਾਂ ਫਿਰ ਕਰਨਾਟਕਾ ਤੋਂ। ਤਾਂ ਬਹੁਤ ਵਾਰ ਕਰ ਚੁੱਕੇ ਆਪਾਂ ਸਵਾਲ, ਜਿਹੜੇ ਰੈਗੂਲਰ ਬੱਚੇ ਨੇ। ਮਹਾਰਾਸ਼ਟਰ ਇਜ਼ ਦਾ ਕਰੈਕਟ ਆਂਸਰ। ਵਿਚ ਸਟੇਟ ਹੈਜ਼ ਟਰਨਡ ਆਊਟ ਐਟ ਦ ਫਸਟ 10 ਗੀਗਾਵਾਟ ਸੋਲਰ ਸਟੇਟ, ਮਤਲਬ ਕਿ ਸੋਲਰ ਐਨਰਜੀ ਤੋਂ ਹੀ ਕਹਿੰਦੇ 10 ਗੀਗਾਵਾਟ ਪ੍ਰੋਡਕਸ਼ਨ ਹੋ ਰਹੀ ਹੈ। ਤੇ ਇਹਦਾ ਤੁੱਕਾ ਵੀ ਮਾਰ ਸਕਦੇ ਹੋ ਤੁਸੀਂ, ਕਿਉਂ, ਕਿਉਂਕਿ ਅਡਾਨੀ ਨੇ ਪਹਿਲਾਂ ਵੀ ਇੱਕ ਸੋਲਰ ਤੇ ਵਿੰਡ ਹਾਈਡਰੋ ਪਾਵਰ ਪ੍ਰੋਜੈਕਟ 390 ਮੈਗਾਵਾਟ ਵਾਲਾ ਉੱਥੇ ਲਾਇਆ ਸੀਗਾ, ਤੇ ਹੁਣ 600 ਵਾਲਾ ਉੱਥੇ ਲਾਉਣ ਜਾ ਰਹੇ ਨੇ। ਮੈਂ ਤਾਂ ਇੱਦਾਂ ਹੀ ਯਾਦ ਕੀਤਾ ਹੋਇਆ ਹੁਣ ਵੀ, ਅਡਾਨੀ ਸਾਰਾ ਕੁਛ ਇਹ ਵਾਲਾ ਸੋਲਰ ਤੇ ਵਿੰਡ ਵਾਲਾ ਰਾਜਸਥਾਨ 'ਚ ਕਰ ਰਹੇ ਨੇ, ਤਾਂ ਸੋਲਰ ਸਟੇਟ ਵੀ ਕਿਹੜੀ ਹੈ, ਰਾਜਸਥਾਨ ਵੀ ਹੈ। ਅੱਜ ਇੱਕ ਇੰਪੋਰਟੈਂਟ ਚੀਜ਼ ਦੱਸਣ ਜਾ ਰਿਹਾ, ਅੱਧੀ ਕਰਾਊਂਗਾ, ਅੱਧਾ ਕੱਲ ਹੋਊਗਾ ਤੁਹਾਡੇ ਲਈ। ਤਾਂ ਜਿਹੜੇ ਗ੍ਰੈਂਡ ਸਲੈਮਸ ਹੁੰਦੇ ਨੇ ਟੈਨਿਸ ਦੇ, 4 ਗ੍ਰੈਂਡ ਸਲੈਮ ਹੁੰਦੇ ਨੇ ਲਾਈਨ ਵਾਈਜ਼। ਕਿਹੜਾ ਸਭ ਤੋਂ ਪਹਿਲਾਂ ਆਸਟ੍ਰੇਲੀਅਨ, ਦੂਜਾ ਹੁੰਦਾ ਕਿਹੜਾ ਫ੍ਰੈਂਚ ਓਪਨ, ਤੀਜਾ ਹੁੰਦਾ ਕਿਹੜਾ ਵਿੰਬਲਡਨ, ਤੇ ਚੌਥਾ ਹੁੰਦਾ ਕਿਹੜਾ US ਓਪਨ। ਤਾਂ ਇਹ ਲਾਈਨ ਤੋਂ ਪਤਾ ਹੋਣੇ ਚਾਹੀਦੇ ਪਹਿਲਾਂ ਤੁਹਾਨੂੰ, ਆਸਟ੍ਰੇਲੀਅਨ, ਫ੍ਰੈਂਚ, ਵਿੰਬਲਡਨ ਤੇ US। ਅੱਜ ਮੈਂ ਤੁਹਾਨੂੰ ਦਊਂਗਾ ਟ੍ਰਿਕ ਵਿਨਰਸ ਵਾਲੀ, ਠੀਕ ਹੈ, ਜਿਹੜੇ ਜਿੱਤੇ ਸੀਗੇ 8 ਬੰਦੇ। ਰੀ ਕੀ ਸੀਗਾ, ਯਾਦ ਹੈ ਕਿਸ ਨੂੰ, ਰਾਹੁਲ, ਰੀ ਤਾ ਨੇ ਕੰਪਾਊਂਡ ਇੰਟਰਸਟ ਪੜ੍ਹਾ। ਇਹ ਕੀ ਹੈ ਸਰ, ਇਹਦੀ ਟ੍ਰਿਕ ਹੈ ਜੀ। ਹੁਣ ਦੇਖੋ, ਆਸਟ੍ਰੇਲੀਅਨ ਓਪਨ ਹੋ ਗਿਆ, ਇਹ ਫ੍ਰੈਂਚ ਓਪਨ, ਇਹ ਵਿੰਬਲਡਨ ਤੇ ਇਹ ਹੋ ਗਿਆ US। ਆਰ ਤੋਂ ਕੌਣ, ਆਰ ਤੋਂ ਸਾਡਾ
ਰਫੈਲ ਪੁੱਤ ਕੌਣ? ਰਫੈਲ ਨਡਾਲ ਪੁੱਤ। ਏ ਤੋਂ ਕੌਣ? ਏ ਤੋਂ ਐਸ਼ਲੀ ਗੁੱਡੀ। ਕੌਣ ਐਸ਼ਲੀ ਗੁੱਡੀ? ਐਸ਼ਲੀ ਬਾਰਟੀ ਗੁੱਡੀ। ਫਿਰ ਆਰ ਤੋਂ, ਫਿਰ ਤੋਂ ਆਪਣਾ ਕਿਹੜਾ? ਰਫੈਲ ਪੁੱਤ। ਕਿਹੜਾ? ਨਡਾਲ। ਫਿਰ ਆਈ ਤੋਂ ਕਿਹੜੀ? ਆਈ ਤੋਂ ਆਈਗਾ ਸਵਾਈਟੈਕ ਭੈਣ ਜੀ। ਕਿਹੜੀ ਵਾਲੀ? ਆਈਗਾ ਸਵਾਈਟੈਕ ਭੈਣ ਜੀ। ਫਿਰ ਐਨ ਤੋਂ ਨੋਵਾਕ ਮੁੰਡਾ ਸਾਡਾ ਵਾਲਾ, ਸਾਡੇ ਵਾਲਾ ਆਖਿਆ ਕਰੇਂਗੇ ਕਹਿੰਦੇ ਵਿੰਬਲਡਨ ਜਿੱਤ ਲੈਣ ਦੇ। ਈ ਤੋਂ ਕੌਣ? ਐਲੀਨਾ ਦੀਦੀ। ਐਲੀਨਾ ਕੌਣ? ਐਲੀਨਾ ਰਿਬਾਕੀਨਾ ਦੀਦੀ। ਸੀ ਤੋਂ कैस्पर रूड। सी तो सॉरी कार्लोस एल्कराज। गलती से मिस्टेक हो गई है थोड़ी सी। हाँ जी, कार्लोस एल्कराज। ते आई से कौन? फिर से ईगा स्वाइटेक भैन जी। ये सीगे जी विनर्स। ये है विनर्स ਜਿਹੜੇ ਜਿੱਤੇ ਨੇ। ਇਹ ਮੁੰਡਿਆਂ ਦਾ, ਇਹ ਕੁੜੀਆਂ ਦਾ, ਮੁੰਡਿਆਂ ਦਾ ਆਸਟ੍ਰੇਲੀਅਨ ਓਪਨ, ਵਿੰਬਲਡਨ, ਫ੍ਰੈਂਚ ਓਪਨ, ਵਿੰਬਲਡਨ ਤੇ US। ਅੱਜ ਤੁਹਾਨੂੰ ਕਰਾਇਆ ਮੈਂ ਵਿਨਰਸ। ਕੱਲ ਤੁਹਾਨੂੰ ਦੱਸੂਗਾ ਟ੍ਰਿਕ ਇਹਦੀ ਜਿਹੜੇ ਹਾਰੇ ਨੇ। ਕਿਉਂਕਿ ਪੇਪਰ ਦੇਖੋ ਜਿਹੜਾ ਫਾਈਨਲ ਹੁੰਦਾ ਜਿਨ੍ਹਾਂ ਦੇ ਵਿੱਚ ਉਹ ਪੁੱਛਦੇ ਨੇ। ਉਹ ਤੋਂ ਪਹਿਲਾਂ ਯਾਦ ਕੀ ਕਰਨਾ ਪੈਣਾ? ਆਸਟ੍ਰੇਲੀਅਨ, ਫ੍ਰੈਂਚ, ਵਿੰਬਲਡਨ, US ਲਾਈਨ ਵਾਈਜ਼। ਫਿਰ ਰਾਹੁਲ, ਰੀਤਾ ਨੇ CI यानी कंपाउंड इंटरस्ट पढ़ा। इदा करके आप चिब छड्ड कढ़ने कि चिब कढ़ छड्डने मैं छड्ड कढ़ने की कह रहा मैं। ठीक है जी, चलो बाकी जानते हुए दोबारे तो ਉਹੀ ਗੱਲ जी। बैच बहुत सारे शुरू हो रहे हैं, हो चुके हैं एक्चुअली। एक्साइज इंस्पैक्टर वीडियो फॉरेस्ट गार्ड का पेपर आई गया नेड़े, क्लर्क वाला बैच तो सारे बैचेज 2-3 दिन शुरू हो चुके हैं। हजे करंट अफेयर की क्लास शुरू नहीं हुई। मेरे नाल पढ़ोगे, मेरी गल्लां सुनोगे, ਕੱਲਾ ਕਰੰਟ ਅਫੇਅਰ ਨਹੀਂ ਬਾਕੀ ਚੀਜ਼ਾਂ ਵਿੱਚ ਵੀ। ਇਸ ਪੇਪਰ ਨਹੀਂ, ਪੇਪਰ ਤੋਂ ਬਾਅਦ ਵੀ, ਨੌਕਰੀ ਲੱਗਣ ਤੋਂ ਬਾਅਦ ਵੀ ਬਹੁਤ ਵਧੀਆ ਕਰਾਊਂਗਾ। ਲਿਖ ਕੇ ਲੈ ਲਿਓ। ਜੇ ਕੋਈ ਮੇਰੇ ਨਾਲ ਕੰਮ ਕਰਨਾ ਚਾਹੁੰਦਾ ਹੈ, ਠੀਕ ਹੈ ਜੀ, ਕੰਮ ਕਰਨਾ ਚਾਹੁੰਦਾ ਹੈ, ਦਿਨ ਆਪਾਂ ਮੈਂਟਰਸ਼ਿਪ ਕਰੂੰਗਾ। ਥੋੜੀ ਬਹੁਤ ਛੋਟੀ ਚੀਜ਼ਾਂ ਹੁੰਦੀਆਂ ਨੇ ਯਾਰ। ਤਿਆਰੀ ਬਹੁਤ ਟਾਈਮ ਤੋਂ ਕਰ ਰਹੇ ਬੱਚੇ, 2-2 ਸਾਲਾਂ ਤੋਂ ਕਰ ਰਹੇ ਨੇ। ਮੇਰੇ ਕੋਲ ਤੁਸੀਂ ਮੰਨੋਗੇ ਨਹੀਂ ਕਿੰਨਿਆਂ ਦੇ ਮੈਸੇਜ ਆਏ ਨੇ, ਲੇਕਿਨ ਸਾਰਿਆਂ ਨੂੰ ਨਹੀਂ ਰੱਖਣਾ ਮੈਂ ਕਿਉਂਕਿ ਇੱਕ ਲਊਂਗਾ ਛੋਟਾ ਜਿਹਾ ਟੈਸਟ। ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਹੈ ਜੀ ਡਿਸਕਾਊਂਟ ਕੋਡ, ਜਿਹੜਾ ਕੋਡ ਇਹ ਸਾਨੂੰ ਦਿੱਤਾ ਹੋਇਆ। ਇਹ ਮੇਰਾ ਜਿਹੜਾ ਲਾਉਂਗੇ ਤਾਂ ਮੇਰੇ ਕੋਲ ਮੈਨੂੰ ਪਤਾ ਲੱਗ ਜਾਊ ਕਿ ਹਾਂ ਸਾਡੀ ਗੱਲਬਾਤ ਹੈ, ਤੁਸੀਂ ਮੇਰੀ ਗੱਲਾਂ ਨਾਲ ਅਗਰੀ ਕਰ ਰਹੇ ਹੋ, ਤਾਂ ਤੁਹਾਡੇ ਅੰਦਰ ਨੌਕਰੀ ਦੀ ਉਹ ਅੱਗ ਹੈ। ਤੇ ਸਾਡੇ ਲਈ ਅੱਜ ਫਾਇਦਾ ਕੀ ਹੈ? ਪੰਜਾਬ ਮਹਾਪੈਕ, ਜਿਹਦੇ ਵਿੱਚ ਇੱਕ ਦੀ ਥਾਂ ਪੂਰੇ 2 ਸਾਲ ਤੱਕ ਦਾ ਤੁਹਾਨੂੰ ਅੱਜ ਮਟੀਰੀਅਲ ਮਿਲ ਰਿਹਾ ਹੈ। ਉਹ ਵੀ ਕਿੰਨੇ ਵਿੱਚ? 3219। ਨਹੀਂ, ਹੋਰ ਸਸਤਾ ਲੈ ਲਓ ਯਾਰ, 3080 ਵਿੱਚ। ਬਸ ਧਿਆਨ ਇਹ ਰੱਖਣਾ ਹੈ Y383। ਬਾਕੀ ਜੇ ਤੁਸੀਂ ਇਕੱਲਾ ਕਲਰਕ ਦਾ ਪੇਪਰ ਲੈਣਾ ਤਾਂ ਕੋਈ ਲੋੜ ਨਹੀਂ ਇਹਨੂੰ ਖਰੀਦਣ ਦੀ। ਜੇ ਇਕੱਲਾ ਵੀਡੀਓ ਲੈਣਾ ਤਾਂ ਕੋਈ ਲੋੜ ਨਹੀਂ ਇਹਨੂੰ ਲੈਣ ਦੀ। ਜੇ ਇਕੱਲਾ ਐਕਸਾਈਜ਼ ਲੈਣਾ ਤਾਂ ਕੋਈ ਲੋੜ ਨਹੀਂ ਇਹਨੂੰ ਲੈਣ ਦੀ। ਕੋਈ ਲੋੜ ਨਹੀਂ। ਜੇ ਇਹ ਤਿੰਨੇ ਪੇਪਰ ਦੇ ਰਹੇ ਹੋ ਨਾ ਤਾਂ ਸਿਰਫ ਐਕਸਾਈਜ਼ ਦਾ ਐਨਰੋਲ ਕਰ ਲਓ। ਜੇ ਤੁਹਾਨੂੰ ਪਤਾ ਹੈ ਕਿ ਅੱਗੇ ਤੁਸੀਂ ਪੰਜਾਬ ਪੁਲਿਸ ਨਹੀਂ ਰਹਿਣਾ, ਅੱਗੇ ਆਉਣ ਵਾਲਾ ਪੰਜਾਬ ਪਟਵਾਰੀ ਨਹੀਂ ਰਹਿਣਾ, ਅੱਗੇ ਚੰਡੀਗੜ੍ਹ ਪੁਲਿਸ ਨਹੀਂ ਰਹਿਣਾ, ਅੱਗੇ ਆਉਣ ਵਾਲਾ ਕੋਆਪਰੇਟਿਵ ਇੰਸਪੈਕਟਰ ਨਹੀਂ ਰਹਿਣਾ, ਤਾਂ ਅਗਲੇ 2 ਸਾਲ ਦੇ ਜਿਹਨੇ ਪੰਜਾਬ ਦੇ ਪੇਪਰ ਆਣੇ ਉਹ ਨਹੀਂ ਦੇਣੇ, ਤਾਂ ਤੁਸੀਂ ਐਨਰੋਲ ਕਰ ਲਓ। ਲੇਕਿਨ ਮੇਰੇ ਅਕੋਰਡਿੰਗ ਐਕਸਾਈਜ਼ ਦਾ ਇੱਕ ਬੈਚ ਤੁਹਾਨੂੰ 1840 ਦਾ ਪੈ ਜਾਂਦਾ ਹੈ। ਜਦੋਂ ਤੁਹਾਨੂੰ 2 ਸਾਲ ਤੱਕ ਦਾ ਮਟੀਰੀਅਲ ਮਿਲ ਰਿਹਾ ਹੋਵੇ 3080 ਦਾ, ਤਾਂ ਸਮਝਦਾਰੀ ਕਿਹਦੇ ਵਿੱਚ ਹੋਊਗੀ? 3080 ਵਿੱਚ ਹੋਊਗੀ। ਤੇ ਲਿਖ ਕੇ ਦੇਣਾ, ਨਾਲ ਰਹੋਗੇ, ਗੱਲਾਂ ਸੁਣੋਗੇ, ਜਿਹੜੀ ਚੀਜ਼ਾਂ ਕਹੂੰਗਾ ਕਰੋਗੇ, ਪੜੋਗੇ ਕੰਪਾਈਲੇਸ਼ਨਾਂ ਤੋਂ, ਪੇਪਰ ਡੈਫੀਨੇਟਲੀ ਪਾਸ। ਐਨਰੋਲ ਕਿੱਦਾਂ ਕਰਨਾ ਇੱਕ ਵਾਰੀ ਹੋਰ ਦੇਖ ਲਓ। ਤਾਂ ਜੀ ਓਪਨ ਕਰਨਾ ਅਸੀਂ ਕਿਹੜਾ ਜੀ? adda247.com ਯਾਨੀ ਕਿ adda247.com। ਇੰਡੀਵਿਜੂਅਲ ਕੋਰਸ ਐਨਰੋਲ ਕਰਨਾ ਹੋਵੇ ਮੰਨ ਲਓ ਤਾਂ ਐਕਸਾਈਜ਼ ਸਰਚ ਕਰ ਲਓ ਸਿੱਧਾ। ਤਾਂ ਇਹ ਐਕਸਾਈਜ਼ ਸਰਚ ਕੀਤਾ ਸੀ ਜਦੋਂ, ਤਾਂ ਆ ਗਿਆ ਦੇਖੋ ਜੀ ਬੈਂਗਣੀ ਰੰਗ 8000 ਲਿਖਿਆ ਹੋਇਆ, ਬਟ ਨਹੀਂ, ਡਿਸਕਾਊਂਟ ਕੋਡ ਲਾਉਂਗੇ ਕਿਹੜਾ? ਜਿਹੜਾ ਮੇਰੇ ਨਾਲ ਜੁੜਨ ਲਈ। ਤਾਂ ਜੇ ਮੇਰੇ ਨਾਲ ਜੁੜਨਾ ਹੈ ਤਾਂ ਹੀ ਲਾਇਓ, ਵੈਸੇ ਨਹੀਂ ਲਾਣਾ। ਤਾਂ Y383 Y383 ਲਾਇਆ ਤੇ 1840 ਦਾ ਇਹ ਇੱਕ ਪੈ ਗਿਆ। ਹੁਣ ਇਹਨੂੰ ਵੀ ਐਪ ਤੋਂ ਲਓਗੇ ਤਾਂ 1760 ਦਾ ਪੈ ਜਾਊਗਾ। ਨਾਲ ਹੀ ਫਿਰ ਜਦੋਂ ਤੁਸੀਂ ਸਰਚ ਕਰੋਗੇ ਜੀ ਪੰਜਾਬ ਮਹਾਪੈਕ ਸਰਚ ਕੀਤਾ, ਇੱਧਰ ਲਿਖਿਆ ਹੈਗਾ ਦੇਖੋ ਕਿ ਡਬਲ ਵੈਲਿਡਿਟੀ, ਮਤਲਬ ਕਿ 1 ਸਾਲ ਦੇ ਮੁੱਲ ਤੇ 2 ਸਾਲ ਦਾ ਫਾਇਦਾ। ਕਰਨਾ ਕੀ? ਬਾਏ ਨਾਓ ਤੇ ਜਾਣਾ ਹੈ, ਐਂਟਰ ਕੂਪਨ ਕੋਡ ਕਰਨਾ ਹੈ ਜੀ Y383 Y383 ਤੇ Y383 ਤੇ ਇਹ ਪੈ ਗਿਆ ਸਾਨੂੰ ਕਿੰਨੇ ਦਾ? ਦੇਖੋ 3219 ਦਾ 77% ਆਫ ਤੇ ਹੋਰ ਸਸਤਾ ਪੈ ਜਾਊਗਾ ਜੀ adda247 ਦੀ ਐਪ ਤੋਂ ਲਓਗੇ, ਕਿਉਂਕਿ ਉੱਥੇ 1% ਹੋਰ ਆਫ ਪੈ ਜਾਊਗਾ 3080 ਦਾ। ਜੇ ਪੜ੍ਹਨਾ ਚਾਹੁੰਦੇ ਹੋ, ਦੇਖੋ ਜੀ ਘਰਦਿਆਂ ਦੇ ਪੈਸੇ ਬਹੁਤ ਕੀਮਤੀ ਹੁੰਦੇ ਨੇ, ਭਾਵੇਂ 3000 ਹੀ ਨੇ, ਸਾਰੇ ਬਹੁਤ ਤਗੜੇ ਨਹੀਂ ਹੁੰਦੇ। ਤੁਹਾਨੂੰ ਇੱਕ ਮੈਂ ਦਿਖਾਉਂਦਾ ਕਿ ਮਹਾਸ਼ੇ ਨਾਲ ਤੁਹਾਨੂੰ ਮੈਂ ਮਿਲਾਉਣਾ ਚਾਹੂੰਗਾ। ਬਹੁਤ ਹੀ ਚੱਕਵੀਂ ਕੁੜੀ, ਬਹੁਤ ਹੀ ਮਤਲਬ ਗੱਲਾਂ ਬਾਤਾਂ ਇਹੋ ਜਿਹੀਆਂ। ਮੈਂ ਕਿਹਾ ਓਹੋ, ਕੁੜੀ ਨੂੰ ਦਿੱਤਾ ਜੀ ਮਹਾਪੈਕ, ਕੁੜੀ ਨੂੰ ਦਿੱਤਾ ਕਿ ਮਹਾਪੈਕ।
मैं क्या देखो मिल गया महापैक, कहती सर 3219 का, ये तो हम कभी भी ले सकते हैं सर, फिर लकी ड्रॉ नहीं हुआ। मैं कैसे लकी ड्रॉ भी मैं उस दिन किसी बच्चे ਨੂੰ ਕਦੇ ਮੈਂ ਮਹਾਪੈਕ ਦਿੱਤਾ ਸੀ, ਕਿਸੇ ਨੂੰ ਮੈਂ ਬੈਟ ਦਿੱਤਾ, ਕੋਈ ਟੈਸਟਰੀ ਦਿੱਤੀ ਯਾਰ, ਵੈਸੇ ਹੀ ਕਿਉਂਕਿ ਦੇਖੋ ਮੈਂ ਆਪਣੇ ਵੱਲੋਂ ਕੁਝ ਕਰਨਾ ਚਾਹੁੰਦਾ ਸੀ ਬੱਚਿਆਂ ਲਈ, ਜਿਹੜੇ ਆਪਣੇ ਆਪ ਕੁਝ ਕਰਨਾ ਚਾਹੁੰਦੇ ਨੇ ਲੇਕਿਨ ਫਾਈਨੈਂਸ਼ੀਅਲ ਰਿਸੋਰਸਿਸ ਕਰਕੇ ਰੁਕ ਰਹੇ ਸੀਗੇ। ਹੁਣ 3000 ਰੁਪਏ ਤਾਂ ਹੈ ਨਹੀਂ ਯਾਰ, ਮੈਂ ਦਰਖਤ ਤੋਂ ਤੋੜ ਕੇ ਕਰਤਾ। ਸਾਰਾ ਦਿਨ ਇਸੇ ਸੰਗ ਪਾੜੀਦਾ ਯਾਰ, ਸੰਡੇ ਵੀ ਆਪਣੇ ਖਰਾਬ ਕਰ ਦਿੰਦੇ ਅਸੀਂ, ਸੰਡੇ ਨੂੰ ਵੀ ਅਸੀਂ ਤੁਹਾਡੇ ਲਈ ਬੈਠੇ ਰਹਿੰਦੇ, ਸਵੇਰੇ 8 ਵਜੇ ਡੇਲੀ ਆ ਕੇ 30 ਦੇ 30 ਦਿਨ ਕੰਮ ਕਰ ਰਹੇ ਆ ਨਾ, ਹੱਡ ਤੋੜ ਕੇ ਪੈਸੇ ਕਮਾਈਦੇ ਨੇ ਥੋੜੇ। ਤੇ ਉਹਦੇ ਵਿੱਚ ਵੀ ਜਦੋਂ ਇਹੋ ਜਿਹੇ ਕੋਲੋਂ ਕਿਸੇ ਬਸ਼ਰਮਾ ਕੋਲ ਮਹਾਪੈਕ ਚਲੇ ਜਾਣ, ਉਹ ਤਾਂ ਫਿਰ ਕੋਈ ਗੱਲ ਰਹਿੰਦੀ ਨਹੀਂ। ਜੇ ਪੜ੍ਹਨਾ ਚਾਹੁੰਦੇ ਹੋ ਤਾਂ ਹੀ, ਕਿਉਂਕਿ ਦੇਖੋ ਮੈਨੂੰ ਪਤਾ 3000 ਰੁਪਏ ਬਹੁਤ ਜ਼ਿਆਦਾ ਹੁੰਦਾ ਹੈ, ਤਾਂ Y380 ਲਾਣਾ ਹੈ ਤੇ ਇਹਦੇ ਵਿੱਚ ਐਨਰੋਲ ਕਰਨਾ। ਤੇ ਮਜ਼ਾਕ ਵਾਲੀ ਗੱਲ ਨਹੀਂ, ਮੇਰੇ ਨਾਲ ਜੁੜੋਗੇ ਨਾ, ਸਾਲ ਭਰ ਦੇ ਅੰਦਰ ਨੌਕਰੀ ਮੈਂ ਲਗਾ ਕੇ ਛੱਡੂੰਗਾ, ਬਸ਼ਰਤੇ ਸੈਲਫ ਸਟੱਡੀ ਕਰੋਗੇ, ਗੱਲਾਂ ਮੰਨੋਗੇ, ਟੈਸਟ ਸੀਰੀਜ਼ ਲਾਓਗੇ। ਤਾਂ ਕਸ਼ਟ ਤਾਂ ਦੇਖੋ ਕਰਨਾ ਪੈਣਾ, ਸੂਰਜ ਵਾਂਗੂ ਜਲਣਾ ਹੈ ਜੇ, ਸੂਰਜ ਵਾਂਗੂ ਜਗਣਾ ਹੈ ਜੇ ਤਾਂ ਜਲਣਾ ਤਾਂ ਪੈਣਾ ਜੀ, ਬਿਨਾਂ ਜਲੇ ਤਾਂ ਸੂਰਜ ਨੂੰ ਵੀ ਨਹੀਂ ਕੋਈ ਸਲਾਮ, ਹੈ ਨਾ। ਚਲੋ ਆਲ ਦਾ ਬੈਸਟ, ਸਤਿ ਸ਼੍ਰੀ ਅਕਾਲ, ਬਾਏ ਬਾਏ।